ਵਿੱਚ ਕਾਨੂੰਨ ਮਾਨਤਾ ਮਿਲਣ ਦੇ ਬਾਵਜੂਦ ਵੀ ਕੀ ਸਮਾਜਿਕ ਮਾਨਤਾ ਮਿਲ ਜੂਗੀ, ਇਸ ਚੀਜ਼ ਦੀ ਕੌਣ ਗਰੰਟੀ ਦਿੰਦਾ ਹੈ। ਮੈਂ ਮੰਨਦੀ ਹਾਂ ਕਿ ਜਿਹੜੇ ਟਰਾਂਸਜੈਂਡਰ LGBTQ ਕਮਿਊਨਿਟੀ ਹੈਗੀ ਆ ਉਹਨਾਂ ਦੇ ਵੀ ਐਜ਼ ਅ ਇੰਡੀਵਿਜੂਅਲ ਰਾਈਟ ਹੈਗੇ ਨੇ, ਬਟ ਮੈਰਿਜ ਇਜ਼ ਅ ਡਿਫਰੈਂਟ ਕੰਸੈਪਟ। ਉਹਨਾਂ ਨੂੰ ਐਜ਼ ਅ ਕਪਲ, ਐਜ਼ ਅ ਲਿਵ ਇਨ ਰਿਲੇਸ਼ਨਸ਼ਿਪ ਰਹਿਣਾ, ਉਹਨਾਂ ਨੇ ਆਪਣੇ ਪਾਰਟਨਰ ਨੂੰ ਚੂਜ਼ ਕਰਨਾ, ਉਹ ਸਾਰੀਆਂ ਚੀਜ਼ਾਂ ਦੀ ਉਹਨਾਂ ਨੂੰ ਰਾਈਟਸ ਦੇਣੇ ਬਣਦੇ ਆ। ਦੇਣੇ ਕੀ ਬਣਦੇ, ਉਹਨਾਂ ਦੇ ਬਰਥ ਰਾਈਟਸ ਨੇ। ਸਾਨੂੰ ਇਹ ਲੱਗਦਾ ਕਿ ਜੇ ਇਹਨੂੰ ਸਮਾਜ ਲਾਅ ਦੇ ਕਹਿਣ ਤੋਂ ਬਾਅਦ ਵਿਆਹ ਕੰਸੀਡਰ ਕਰਦਾ ਹੈ ਤੇ ਵਿਆਹ ਦੇ ਵਿੱਚ ਬੱਚੇ ਹੋਣਾ ਵੀ ਸਾਡੇ ਸਮਾਜ ਦਾ ਹੀ ਇੱਕ ਹਿੱਸਾ ਹੈ। ਬਿਲਕੁਲ। ਬੱਚੇ ਵਿਆਹ ਕਿਸ ਚੀਜ਼ ਲਈ, ਵਿਆਹ ਵੈਸੇ ਆਪਣੀ ਸੁਸਾਇਟੀ 'ਚ ਕਾਦੇ ਲਈ ਕੀਤਾ ਜਾਂਦਾ ਹੈ ਜੀ, ਇਕੱਠੇ ਜ਼ਿੰਦਗੀ ਬਿਤਾਉਣ। ਜਿਨ੍ਹਾਂ ਦਾ ਰੂਹ ਦਾ ਰਿਸ਼ਤਾ ਹੈ, ਮੈਨੂੰ ਲੱਗਦਾ ਉਹਨਾਂ ਨੂੰ ਤਾਂ ਵਿਆਹ ਦੀ ਵੀ ਨਹੀਂ ਲੋੜ ਹੁੰਦੀ, ਉਹਨਾਂ ਦਾ ਤਾਂ ਰੂਹ ਦਾ ਰਿਸ਼ਤਾ ਚੱਲਦਾ ਹੀ ਰਹਿੰਦਾ, ਉਹਨਾਂ ਨੂੰ ਸਮਾਜਿਕ ਰਿਕੋਗਨੀਸ਼ਨ ਦੀ ਤਾਂ ਲੋੜ ਹੈ ਨਹੀਂ ਗੀ। ਠੀਕ, ਵਿਆਹ ਹਮੇਸ਼ਾ ਆਪਣੇ ਵੰਸ਼ ਨੂੰ ਵਧਾਉਣ ਦਾ ਇੱਕ ਜ਼ਰੀਆ ਮੰਨਿਆ ਜਾਂਦਾ ਹੈ। ਕੁਐਸਚਨ ਮੇਰਾ ਇਹੀ ਆ ਕਿ ਇਸ ਵਿਆਹ ਦੀ ਲੋੜ ਕੀ ਆ। ਫਿਰ ਉਹ ਕਹਿੰਦੇ ਕਿ ਉਹਨਾਂ ਨੂੰ ਵੀ ਬੱਚਿਆਂ ਦੇ ਰਾਈਟਸ ਮਿਲਣੇ ਚਾਹੀਦੇ ਆ। ਠੀਕ ਹੈ, ਬੱਚਿਆਂ ਦੇ ਰਾਈਟਸ। ਫਿਰ ਅਡੋਪਸ਼ਨ ਦੇਖੋ, ਉਹ ਬਾਇਓਲੋਜੀਕਲੀ ਤਾਂ ਦੋਨੋਂ ਜਾਣੇ ਪੇਰੈਂਟ ਨਹੀਂ ਬਣ ਸਕਦੇ, ਉਹਨਾਂ 'ਚ ਕੋਈ ਇੱਕ ਹੀ ਪੇਰੈਂਟ ਹੋਏਗਾ। ਫਿਰ ਕਸਟਡੀ ਦੇ ਟਾਈਮ ਰੌਲਾ ਪਊਗਾ ਕਿ ਮੈਂ ਤਾਂ ਬੱਚੇ ਦਾ ਬਾਇਓਲੋਜੀਕਲ ਪੇਰੈਂਟ ਆ, ਦੂਜਾ ਕੌਣ, ਅਡੋਪਟਡ ਪੇਰੈਂਟ ਆ। ਚਾਈਲਡ ਰਾਈਟ ਐਕਟਿਵਿਸਟ ਦੱਸ ਸਕਦੀ ਹਾਂ, ਬੀਇੰਗ ਅ ਮੈਂਬਰ ਆਫ ਚਾਈਲਡ ਕਮਿਸ਼ਨ ਵੀ ਦੱਸ ਸਕਦੀ ਹਾਂ ਕਿ ਬੱਚੇ ਦਾ ਬੈਸਟ ਇੰਟਰਸਟ ਦੇਖਿਆ ਜਾਂਦਾ। ਬੱਚੇ ਦਾ ਬੈਸਟ ਇੰਟਰਸਟ ਕਿੱਥੇ ਹੋਊਗਾ, ਜਿਹੜੇ ਪੇਰੈਂਟ ਉਹਦੇ ਲਈ ਬੈਸਟ ਹੋਣਗੇ। ਹੁਣ ਉਹਦੇ ਲਈ ਪੇਰੈਂਟ ਕੌਣ ਬੈਸਟ ਹੋਣਗੇ, ਜਿਹੜੇ ਉਹਨੂੰ ਮਦਰ ਫਾਦਰ ਦੋਨਾਂ ਦਾ ਪਿਆਰ ਦੇ ਸਕਣਗੇ। ਹੁਣ ਗੱਲ ਇਹ ਆ ਕਿ ਉਹ ਤਾਂ ਸੇਮ ਸੈਕਸ ਦੇ ਜਿਹੜੇ ਕਪਲ ਹੈਗੇ ਉਹ ਵੀ ਦੇ ਸਕਦੇ ਆ, ਪਰ ਉਹ 'ਚ ਕਨਫਿਊਜ਼ਨ ਹੋਊਗੀ ਕੌਣ ਮਦਰ ਆ ਕੌਣ ਫਾਦਰ ਆ। ਇੱਕ ਤਸਵੀਰ ਦੇਖੀ ਹੈ ਸੋਸ਼ਲ ਮੀਡੀਆ ਤੇ ਬੜੀ ਵਾਇਰਲ ਹੈ, ਇੱਕ ਮੇਲ ਹੈ, ਉਹਨੇ ਬੱਚੇ ਨੂੰ ਜਨਮ ਦਿੱਤਾ ਔਰ ਦੁੱਧ ਪਿਆ ਰਿਹਾ ਹੈਗਾ ਬੱਚੇ ਨੂੰ। ਬਿਲਕੁਲ, ਮੈਨੂੰ ਉਸ ਚੀਜ਼ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਆ। ਐਦਾਂ ਤਾਂ ਦੇਖੋ ਬਹੁਤ ਸਾਰੇ ਹੈਗੇ ਆ, ਜਿਹੜੀ ਫੀਮੇਲ ਬੋਡੀ ਦੇ ਵਿੱਚ ਮੇਲ ਪੈਦਾ ਹੁੰਦਾ, ਉਹ ਜਾ ਕੇ ਆਪਣੀ ਸਰਜਰੀ ਕਰਾਉਂਦੇ ਆ, ਉਹ ਫਿਰ ਮੇਲ ਬਣ ਜਾਂਦੇ ਆ। ਮੇਲ ਬੋਡੀ 'ਚ ਫੀਮੇਲ ਪੈਦਾ ਹੋਈ, ਉਹ ਆਪਣੇ ਆਪ ਨੂੰ ਫੀਮੇਲ। ਚੰਡੀਗੜ੍ਹ ਕਰੇ ਆਸ਼ਕੀ ਨਾਂ ਦੀ ਮੂਵੀ ਵੀ ਆਈ ਸੀ ਇਸ ਚੀਜ਼ ਦੇ ਉੱਤੇ, ਬਹੁਤ ਸੋਹਣੀ ਮੂਵੀ ਸੀਗੀ ਜੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਮੰਨਦੀ ਹਾਂ, ਬਟ ਗੱਲ ਫਿਰ ਉਹੀ ਆ ਗਈ ਕਿ ਬੱਚੇ ਕਿਵੇਂ ਹੋਣਗੇ। LGBTQ ਕਮਿਊਨਿਟੀ ਦੇ ਰਾਈਟਸ ਨੂੰ ਪ੍ਰੋਟੈਕਟ ਕਰਦੇ ਹੋਏ ਅਸੀਂ ਕਿਤੇ ਚਾਈਲਡ ਰਾਈਟ ਨੂੰ ਵਾਇਲੇਟ ਕਰਦੀ ਹਾਂ। ਅੱਜ ਦੀ ਹੀ ਬਹਿਸ ਦੀ ਗੱਲ ਕਰਾਂ ਜਿਹੜੀ ਅੱਜ ਹੋਈ ਹੈ ਤੁਸ਼ਾਰ ਮਹਿਤਾ ਹੋਣਾ ਨੇ ਕੀਤੀ ਹੈਗੀ ਹੈ। ਉਹਨਾਂ ਨੇ ਇਹ ਕਿਹਾ ਕਿ ਮਾਂ ਤੇ ਪਿਓ, ਜਿੱਦਾਂ ਆਪਾਂ ਜੈਨੀਟਲਸ ਤੇ ਆਧਾਰਿਤ ਕਰਦੇ ਸੀਗੇ, ਇਹ ਲਿੰਗ ਦੀ ਲੜਾਈ ਖਤਮ ਕਰਾਂਗੇ ਇਹਦੇ ਵਿੱਚ, ਤੇ ਇਹਦੇ ਵਿੱਚ ਵੈਸੇ ਕੰਸੀਡਰ ਕੀਤਾ ਜਾਏਗਾ ਜਿਹਦੇ 'ਚ ਮਾਂ ਵਾਲੀਆਂ ਭਾਵਨਾਵਾਂ ਨੇ ਉਹ ਮਾਂ, ਕਿਉਂਕਿ ਹੋਮੋਸੈਕਸ਼ੂਅਲਸ ਦੇ ਵਿੱਚ ਵੀ ਦੇਖਿਆ ਗਿਆ ਹੈ ਕਿ ਇੱਕ ਜਣਾ ਔਰਤ ਦੀ ਤਰ੍ਹਾਂ ਵਿਚਰਦਾ ਹੈਗਾ ਤੇ ਇੱਕ ਜਣਾ ਮਰਦ ਦੀ, ਤਾਂ ਉਸ ਆਧਾਰ ਤੇ ਮਾਂ ਪਿਓ ਜਿਹੜੇ ਨੇ ਉਹ ਤੈਅ ਹੋਣਗੇ। That is again confusing. Who will decide that? ਕੁਐਸਚਨ ਇਹ ਆ ਨਾ, who will decide that? ਕੱਲ ਨੂੰ ਅੱਜ ਉਹਦੇ ਵਿੱਚ ਮੇਲ ਵਾਲੀਆਂ ਫੀਲਿੰਗ ਆ, ਕੱਲ ਨੂੰ ਉਹਦੇ ਵਿੱਚ ਫੀਮੇਲ ਵਾਲੀਆਂ ਫੀਲਿੰਗ ਆ ਜਾਣਗੀਆਂ, ਬਿਕਾਜ਼ ਇਹ ਸਾਈਕੋਲੋਜੀ ਆ ਜੀ। ਉਹ ਡਿਸਾਈਡ ਕੌਣ ਕਰੇਗਾ। ਗੱਲ ਆ ਕਿ ਉਹਨਾਂ ਨੇ ਤਾਂ ਮਾਂ ਤੇ ਬਾਪ ਵਾਲੀ ਗੱਲ ਕਰਤੀ ਆ, ਬਟ ਉਹ ਬੱਚਿਆਂ ਦਾ ਕੀ, ਕੁਛ ਨਾ ਕੁਛ ਤਾਂ ਜੈਨੇਟਿਕਲੀ, ਕੁਛ ਨਾ ਕੁਛ ਤਾਂ ਹਾਰਮੋਨਸ ਦੇ ਨਾਲ ਹੇਰ-ਫੇਰ ਹੋਈ ਹੋਊਗੀ। ਹੋ ਸਕਦਾ ਕਿ ਇੱਥੇ ਉਹ ਕਨਸਪੀਰੈਂਸੀ ਥਿਊਰੀ ਬਿਲਕੁਲ ਸਹੀ ਹੋਵੇ ਕਿ ਆਬਾਦੀ ਨੂੰ ਕੰਟਰੋਲ ਕਰਨ ਦੀ ਖਾਤਰ ਜਿਹੜਾ ਹੈਗੇ ਹਾਰਮੋਨਸ ਬਦਲ ਦਿੱਤੇ ਗਏ, ਜਿਨ੍ਹਾਂ ਦੇ ਕਰਕੇ ਮੇਲ ਦੀ ਮੇਲ ਨਾਲ ਅਟਰੈਕਸ਼ਨ ਤੇ ਫੀਮੇਲ ਦੀ ਫੀਮੇਲ ਨਾਲ ਅਟਰੈਕਸ਼ਨ ਹੋ ਗਈ। ਦੀ ਕਿਤੇ ਹੋ ਜਾਂਦੀ, ਇੱਕ ਦੀ ਗਵਰਨਮੈਂਟ ਜੌਬ ਚੱਲ ਰਹੀ ਆ, ਦੂਜੇ ਨੂੰ ਉਹਦੀ ਪੈਨਸ਼ਨ ਮਿਲ ਜਾਏਗੀ। ਉਹ ਸਾਰੇ ਜਿਹੜੇ ਰਾਈਟਸ ਹੈਗੇ ਆ ਇੱਕ ਕਪਲ ਦੇ, ਉਹ ਰਾਈਟਸ ਮਿਲ ਜਾਣ, ਉਹ ਮਿਲਣੇ ਚਾਹੀਦੇ ਆ। ਚਲੋ ਉਹ ਕਪਲ ਨੇ, ਉਹਨਾਂ ਨੂੰ ਮਿਲਣੇ ਚਾਹੀਦੇ ਆ, ਆਈ ਐਗਰੀ। ਪਰ ਗੱਲ ਮੇਰੀ ਸਿਰਫ ਬੱਚਿਆਂ ਦੇ ਕੰਸੈਪਟ ਨੂੰ ਲੈ ਕੇ ਆ ਕਿ ਉਹ ਜਿਹੜੇ ਪੇਰੈਂਟ ਬਣਨਗੇ, ਉਹ ਪੇਰੈਂਟ ਬੱਚਿਆਂ ਦੇ ਲਈ ਇੱਕ ਟਰਾਮਾ ਬਣ ਕੇ ਰਹਿ ਜਾਊਗਾ। ਪਰ ਵਿਆਹ ਦਾ ਹੱਕ ਮਿਲਣਾ ਚਾਹੀਦਾ ਨਾ, ਇਕੱਠੇ ਰਹਿਣ ਦਾ ਹੱਕ ਆ ਨਾ। ਵਿਆਹ ਤਾਂ ਪਹਿਲਾਂ ਹੀ ਕਨਸੈਪਟ ਹੀ ਉਹ ਰਿਲੀਜੀਅਸ ਆ। ਪਰ ਜਿਹੜਾ ਹਿੰਦੂ ਤੇ ਮੁਸਲਿਮ ਮੈਰਿਜ ਐਕਟ ਨੂੰ ਛੱਡ ਕੇ ਜੇ ਸਪੈਸ਼ਲ ਮੈਰਿਜ ਐਕਟ ਦੇ ਅਧਿਕਾਰ, ਮੈਰਿਜ ਐਕਟ ਉਹਦਾ ਨਾਮ ਆ ਨਾ, ਉਹ ਵੀ ਮੇਲ ਤੇ ਫੀਮੇਲ ਦਾ ਆ। ਉਹਦੇ ਵਿੱਚ ਪਰ ਜੈਨੀਟਲਸ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਉਹੀ ਗੱਲ ਕਹਿ ਰਹੀ ਹੈ ਨਾ, ਉਹ ਸਿਵਲ ਯੂਨੀਅਨ ਹੋਊਗੀ। ਮੀਨਸ ਦੈਟ ਇਜ਼ ਸੌਰਟ ਆਫ ਲਿਵ ਇਨ ਰਿਲੇਸ਼ਨਸ਼ਿਪ। ਉਹਨੂੰ ਆਪਾਂ ਮੈਰਿਜ ਨਹੀਂ ਕਹਿ ਸਕਦੇ। ਜੇ ਦੋ ਆਤਮਾਵਾਂ ਦਾ ਮੇਲ ਆ, ਉਹ ਕਿਸੇ ਵੀ ਬਾਡੀ 'ਚ ਆ, ਮੇਲ 'ਚ ਆ, ਫੀਮੇਲ ਦੇ ਵਿੱਚ ਆ, ਉਹ ਰੂਹ ਦੇ ਰਿਸ਼ਤੇ ਨੇ, ਉਹ ਜਿਵੇਂ ਵੀ ਹੈਗੇ ਨੇ ਉਹ ਐਕਸੈਪਟਡ ਨੇ। ਠੀਕ ਹੈ, ਫਿਰ ਉਹਨਾਂ ਨੂੰ ਵਿਆਹ ਦੀ ਸਟੈਂਪ ਦੀ ਲੋੜ ਵੀ ਨਹੀਂ ਗੀ। ਸੋ ਇਹ ਲੜਾਈ
ਬੇਸਿਕਲੀ ਜਿਹੜੇ ਪ੍ਰੋਪਰਟੀ ਔਰ ਉਹ ਰਾਈਟਸ ਨੇ ਉਹਨਾਂ ਦੀ ਲੜਾਈ ਆ। ਇਹ ਲੜਾਈ ਕਿਸੇ ਮਤਲਬ ਆਪਾਂ ਵਿਆਹ ਵਾਲੇ ਦੂਜੇ ਕਨਸੈਪਟ ਦੀ ਉਸ ਚੀਜ਼ ਦੀ ਨਹੀਂ, ਬਟ ਹਾਂ ਸਿਸਟਮ ਬਹੁਤ ਗੁੰਝਲਦਾਰ ਬਣੂਗਾ, ਇਹਦੇ ਲਈ ਸਪੈਸ਼ਲ ਲਾਜ਼ ਬਣਾਉਣੇ ਪੈਣਗੇ। ਭਾਰਤ ਦੇ ਵਿੱਚ ਇਸ ਵੇਲੇ ਇੱਕ ਮੁੱਦਾ ਭਖਿਆ ਹੋਇਆ, ਉਹ ਹੈ ਸਮਲਿੰਗੀ ਵਿਆਹ ਨੂੰ ਲੈ ਕੇ, ਜਿਸ ਦੇ ਵਿੱਚ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੇਕਰ ਇੱਕ ਔਰਤ ਦੇ ਨਾਲ ਵਿਆਹ ਕਰਵਾ ਕੇ ਜਾਂ ਇੱਕ ਮਰਦ ਦੇ ਨਾਲ ਵਿਆਹ ਕਰਵਾ ਕੇ ਰਹਿਣਾ ਚਾਹੁੰਦਾ ਹੈ ਤੇ ਇਸ ਦੇ ਉੱਤੇ ਕਾਨੂੰਨ ਹੋਣਾ ਚਾਹੀਦਾ ਹੈ, ਉਹਨਾਂ ਦੇ ਕਾਨੂੰਨੀ ਅਧਿਕਾਰ ਹੋਣੇ ਚਾਹੀਦੇ ਨੇ। ਸੁਪਰੀਮ ਕੋਰਟ ਦੇ ਵਿੱਚ ਲਗਾਤਾਰ ਇਸ ਨੂੰ ਲੈ ਕੇ ਪਿਛਲੇ 5 ਦਿਨ ਤੋਂ ਬਹਿਸ ਚੱਲ ਰਹੀ ਹੈ ਤੇ ਇੱਕ ਵੱਡਾ ਕਾਨੂੰਨ ਬਣਨ ਦੀਆਂ ਆਸਾਂ ਵੀ ਜਿਹੜੀਆਂ ਨੇ ਉਹ ਲੱਗੀਆਂ ਨੇ। LGBTQ ਕਮਿਊਨਿਟੀ ਲਗਾਤਾਰ ਇਸ ਦੇ ਲਈ ਲੜ ਰਹੀ ਸੀ। ਪਹਿਲਾਂ ਖੁਦ ਸਮਾਜ ਦੇ ਵਿੱਚ ਮਾਨਤਾ ਲੈਣ ਦੇ ਲਈ ਉਹਨਾਂ ਨੇ ਇਹ ਲੜਾਈ ਲੜੀ ਸੀ, ਹੁਣ ਆਪਣੇ ਵਿਆਹ ਦੇ ਲਈ ਮਾਨਤਾ ਲੈਣ ਦੇ ਲਈ ਇਹ ਲੜਾਈ ਲੜੀ ਜਾ ਰਹੀ ਹੈਗੀ ਹੈ। ਸੋ ਸੈਂਟਰ ਸਰਕਾਰ ਨੇ ਵੀ ਇਹਦੇ ਵਿੱਚ ਦਖਲ ਦਿੱਤਾ ਆ ਔਰ ਸੁਪਰੀਮ ਕੋਰਟ ਨੂੰ ਅਜਿਹੇ ਮਸਲਿਆਂ ਤੇ ਦਖਲ ਨਾ ਦੇਣ ਦੀ ਗੱਲ ਵੀ ਕਹੀ ਹੈ, ਕਿਉਂਕਿ ਕਹਿਣਾ ਹੈ ਕਿ ਸਮਾਜਿਕ ਤਾਣਾ ਬਾਣਾ ਜਿਹੜਾ ਹੈ ਉਹ ਵਿਗੜ ਸਕਦਾ ਹੈ। ਸੋ ਸਾਡੇ ਨਾਲ ਮੌਜੂਦ ਨੇ ਸਮਾਜਿਕ ਕਾਰਕੁਨ ਅਤੇ ਚਾਈਲਡ ਐਕਟਿਵਿਸਟ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਉਹ ਲੀਗਲੀ ਵੀ ਦੱਸ ਸਕਦੇ ਨੇ ਕਿ ਕਿਸ ਤਰ੍ਹਾਂ ਦੇ ਨਾਲ ਜੇਕਰ ਕੋਈ ਕਾਨੂੰਨ ਬਣਦਾ ਤੇ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ, ਕਿੱਦਾਂ ਦੇ ਅਧਿਕਾਰ ਹੋਣੇ ਚਾਹੀਦੇ ਨੇ ਔਰ ਉਹਨਾਂ ਨੂੰ ਕੀ ਲੱਗ ਰਿਹਾ ਹੈਗਾ। ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਰੋਜ਼ਾਨਾ ਸਪੋਕਸਮੈਨ ਟੀਵੀ ਤੇ। ਧੰਨਵਾਦ ਜੀ। ਜੀ ਸੋ ਸਮਲਿੰਗੀ ਵਿਆਹ ਨੂੰ ਲੈ ਕੇ ਲਗਾਤਾਰ ਬਹਿਸ ਚੱਲੀ ਹੈਗੀ ਹੈ। ਹਲੇ ਫੈਸਲਾ ਜਿਹੜਾ ਹੈਗਾ ਸੁਪਰੀਮ ਕੋਰਟ ਨੇ ਰਾਖਵਾਂ ਰੱਖਿਆ ਹੋਇਆ ਹੈ। ਕੀ ਲੱਗ ਰਿਹਾ ਹੈਗਾ LGBTQ ਕਮਿਊਨਿਟੀ ਨੂੰ ਬੜੀਆਂ ਆਸਾਂ ਜਾਗੀਆਂ ਨੇ ਇੱਕ ਵਾਰੀ ਫੇਰ ਤੋਂ ਕਿ ਇਹ ਵਿਆਹ ਜਿਹੜਾ ਹੈ ਉਹ ਸਮਾਜ ਦੇ ਵਿੱਚ ਪ੍ਰਵਾਨਿਤ ਹੋਏਗਾ, ਕਾਨੂੰਨ ਵੱਲੋਂ ਪ੍ਰਵਾਨਿਤ ਕਰ ਦਿੱਤਾ ਜਾਏਗਾ? ਮੇਰੇ ਪਰਸਨਲ ਵਿਊ ਇਸ ਚੀਜ਼ ਦੇ ਉੱਤੇ ਅਲੱਗ ਨੇ। ਚਲੋ ਪਰਸਨਲ ਵਿਊ ਤੋਂ ਪਹਿਲਾਂ ਮੈਂ ਇੰਨੀ ਗੱਲ ਕਹੂੰਗੀ ਕਿ ਇਹ ਬਹੁਤ ਗੁੰਝਲਦਾਰ ਮਸਲਾ ਹੈ। ਇਹ ਕੋਈ ਐਵੇਂ ਜਿਹੀ ਮਸਲਾ ਨਹੀਂ ਹੈਗਾ ਔਰ ਇਹਦੇ ਵਿੱਚ ਕਾਨੂੰਨ ਮਾਨਤਾ ਮਿਲਣ ਦੇ ਬਾਵਜੂਦ ਵੀ ਕੀ ਸਮਾਜਿਕ ਮਾਨਤਾ ਮਿਲ ਜੂਗੀ, ਇਸ ਚੀਜ਼ ਦੀ ਕੌਣ ਗਰੰਟੀ ਦਿੰਦਾ ਆ? ਜੀ ਠੀਕ ਹੈ, ਅਸੀਂ ਸਮਾਜ ਨੂੰ ਪਹਿਲਾਂ ਬਦਲੀਏ ਫਿਰ ਸਿਸਟਮ ਸਾਡਾ ਬਦਲੇ ਤਾਂ ਫਿਰ ਸਮਾਜਿਕ ਮਾਨਤਾ ਹੋ ਸਕਦੀ ਆ, ਪਰ ਅਸੀਂ ਪਹਿਲਾਂ ਕਾਨੂੰਨ ਬਦਲ ਕੇ ਤੇ ਫਿਰ ਸਮਾਜ ਨੂੰ ਬਦਲਣ ਦੀਆਂ ਗੱਲਾਂ ਜਾਂ ਕਰ ਰਹੇ ਹਾਂ ਤਾਂ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਮਾਜਿਕ ਮਾਨਤਾ ਮਿਲੇਗੀ। ਦੂਸਰੀ, ਜੇ ਮੇਰੇ ਆਪਣੇ ਨਿੱਜੀ ਤੌਰ ਤੇ ਵਿਊਜ਼ ਪੁੱਛੇ ਜਾਣ ਤਾਂ ਮੈਂ ਇਸ ਵਿਆਹ ਦੇ ਹੱਕ ਦੇ ਵਿੱਚ ਨਹੀਂ ਹੈਗੀ। ਹਾਂ, ਮੈਂ ਮੰਨਦੀ ਹਾਂ ਕਿ ਜਿਹੜੇ ਟਰਾਂਸਜੈਂਡਰ LGBTQ ਕਮਿਊਨਿਟੀ ਹੈਗੀ ਆ ਉਹਨਾਂ ਦੇ ਵੀ ਐਜ਼ ਅ ਇੰਡੀਵਿਜੂਅਲ ਰਾਈਟ ਹੈਗੇ ਨੇ। ਉਹਨਾਂ ਨੂੰ ਬਿਲਕੁਲ ਹਰ ਉਹ ਰਾਈਟ ਮਿਲਣਾ ਚਾਹੀਦਾ ਜਿਹੜਾ ਇੱਕ ਔਰਤ ਤੇ ਮਰਦ ਦੋਨਾਂ ਨੂੰ ਮਿਲਦਾ ਆ। ਸੋ ਦੇ ਆਰ ਇਕੁਅਲ ਹਿਊਮਨ ਰਾਈਟਸ, ਉਹਨਾਂ ਦੇ ਸੇਮ ਰਾਈਟਸ ਨੇ। ਬਟ ਮੈਰਿਜ ਇਜ਼ ਅ ਡਿਫਰੈਂਟ ਕੰਸੈਪਟ। ਉਹਨਾਂ ਨੂੰ ਐਜ਼ ਅ ਕਪਲ, ਐਜ਼ ਅ ਲਿਵ ਇਨ ਰਿਲੇਸ਼ਨਸ਼ਿਪ ਰਹਿਣਾ, ਉਹਨਾਂ ਨੇ ਆਪਣੇ ਪਾਰਟਨਰ ਨੂੰ ਚੂਜ਼ ਕਰਨਾ, ਉਹ ਸਾਰੀਆਂ ਚੀਜ਼ਾਂ ਦੀ ਉਹਨਾਂ ਨੂੰ ਰਾਈਟਸ ਦੇਣੇ ਬਣਦੇ ਆ। ਦੇਣੇ ਕੀ ਬਣਦੇ, ਉਹਨਾਂ ਦੇ ਬਰਥ ਰਾਈਟਸ ਨੇ, ਉਹਨਾਂ ਦੇ ਹਿਊਮਨ ਰਾਈਟਸ ਨੇ, ਕੋਈ ਉਹਨਾਂ ਤੋਂ ਨਹੀਂ ਖੋ ਸਕਦਾ। ਪਰ ਮੈਰਿਜ ਬਹੁਤ ਮਤਲਬ ਸੈਕਰਾਮੈਂਟ ਜਿਹਾ ਇੱਕ ਕੰਸੈਪਟ ਹੈਗਾ ਆ ਔਰ ਭਾਰਤ ਦੇ ਵਿੱਚ ਜਿਹੜਾ ਵਿਆਹ ਹੈਗਾ ਆ ਇਹਨੂੰ ਸਾਡੀ ਸੰਸਕ੍ਰਿਤੀ ਨਾਲ ਜੋੜਿਆ ਜਾਂਦਾ ਆ। ਜਿੰਨੇ ਵੀ ਵਿਆਹ ਦੇ ਕਾਨੂੰਨ ਹੈਗੇ ਨੇ ਉਹ ਧਾਰਮਿਕ ਕਾਨੂੰਨ ਨੇ। ਸਿਰਫ ਜਿਹੜੇ ਇੰਟਰਕਾਸਟ ਮੈਰਿਜ ਜਾਂ ਇੰਟਰ ਰਿਲੀਜਨ ਮੈਰਿਜ ਹੁੰਦੀਆਂ ਨੇ ਉਹਨਾਂ ਨੂੰ ਸਪੈਸ਼ਲ ਮੈਰਿਜ ਐਕਟ ਦੇ ਤਹਿਤ ਜਿਹੜਾ ਹੈਗਾ ਆ ਕੰਸੀਡਰ ਕੀਤਾ ਜਾਂਦਾ ਆ। ਸੋ ਇਹੋ ਜਿਹੇ ਵਿਆਹ ਨੂੰ ਸਿਵਲ ਯੂਨੀਅਨ ਆਪਾਂ ਮੰਨ ਸਕਦੇ ਹਾਂ। ਸਿਵਲ ਯੂਨੀਅਨ ਯੈਸ, ਲਿਵ ਇਨ ਰਿਲੇਸ਼ਨਸ਼ਿਪ 'ਚ ਉਹ ਰਹਿ ਸਕਦੇ ਆ, ਬਟ ਉਹਨੂੰ ਮੈਰਿਜ ਦਾ ਨਾਮ ਦੇਣਾ ਜਾਂ ਮੈਰਿਜ ਇਕੁਐਲਿਟੀ, ਉਸ ਚੀਜ਼ ਨੂੰ ਉਹ ਮੈਨੂੰ ਸਹੀ ਨਹੀਂ ਲੱਗਦੀ। ਜੀ, ਪਰ ਜਿਸ ਤਰ੍ਹਾਂ ਦੇ ਨਾਲ ਇਸੇ ਚੀਜ਼ ਦੇ ਕਿਆਸੇ ਲੱਗ ਰਹੇ ਹੈਗੇ ਕਿ ਸਿਵਲ ਯੂਨੀਅਨਸ ਦੇ ਵਿੱਚ ਜਿਹੜਾ ਸਪੈਸ਼ਲ ਮੈਰਿਜ ਐਕਟ ਹੈ ਉਹਦੇ ਵਿੱਚ ਜਿਹੜਾ ਹੈ ਇਸ ਨੂੰ ਜੋੜਿਆ ਜਾਏਗਾ ਕਿ ਇੱਕ ਮਰਦ ਦੇ ਨਾਲ ਜਾਂ ਇੱਕ ਔਰਤ ਦੇ ਨਾਲ ਵਿਆਹ ਕਰਾ ਕੇ ਰਹਿ ਸਕਦੀ। ਤੁਹਾਡੇ ਡਰ ਕੀ ਨੇ? ਤੁਹਾਨੂੰ ਕਿਉਂ ਲੱਗਦਾ ਕਿ ਸਾਡਾ ਸਮਾਜਿਕ ਤਾਣਾ ਬਾਣਾ ਇਹਨੂੰ ਐਕਸੈਪਟ ਨਹੀਂ ਕਰੇਗਾ ਜੇ ਕਾਨੂੰਨ ਕਰ ਵੀ ਲਏਗਾ? ਇਹਦੇ ਬਹੁਤ ਸਾਰੀਆਂ ਚੀਜ਼ਾਂ ਨੇ। ਪਹਿਲੀ ਗੱਲ ਉਹੀ ਗੱਲ ਜਿਹੜੀ ਮੈਂ ਕਹੀ ਹੈ ਕਿ ਸਾਡੀ ਸੰਸਕ੍ਰਿਤੀ ਦੀ ਗੱਲ ਆ, ਹੈ ਨਾ। ਵਿਆਹ ਦਾ ਮਤਲਬ ਇੱਕ ਹਸਬੈਂਡ ਇੱਕ ਵਾਈਫ, ਫਿਰ ਉਹ ਆਊਗੀ ਪਹਿਲੀ ਪਾਰਟੀ ਦੂਜੀ ਪਾਰਟੀ। ਕਿਹੜੀ ਪਹਿਲੀ ਪਾਰਟੀ ਕਿਹੜੀ ਦੂਜੀ ਪਾਰਟੀ? ਮੈਂ ਲਾਅ ਦੇ ਪੁਆਇੰਟ ਆਫ ਤੋਂ ਦੱਸੂ ਨਾ। ਪਹਿਲੀ ਪਾਰਟੀ ਦੂਜੀ ਪਾਰਟੀ, ਕੌਣ ਪਹਿਲੀ ਪਾਰਟੀ ਹੈ ਕੌਣ ਦੂਜੀ ਪਾਰਟੀ ਆ? ਠੀਕ ਹੈ, ਇਕੁਅਲ ਸਟੇਟਸ ਦੀ ਗੱਲ ਆ, ਹਸਬੈਂਡ ਵਾਈਫ ਵੀ ਇਕੁਅਲ ਆ, ਬਟ ਇੱਕ ਮਾਂ ਦਾ ਰੋਲ ਆ ਇੱਕ ਪਿਓ ਦਾ ਰੋਲ ਆ। ਉਹਨਾਂ ਦੇ ਵਿੱਚੋਂ ਕੌਣ ਮਾਂ ਦਾ ਰੋਲ ਪਲੇ ਕਰੂ? ਪਹਿਲਾ ਕੁਐਸਚਨ ਮੇਰਾ ਇਹੀ ਆ ਕਿ ਇਸ ਵਿਆਹ ਦੀ ਲੋੜ ਕੀ ਆ? ਫਿਰ ਉਹ ਕਹਿੰਦੇ ਆ ਕਿ ਉਹਨਾਂ ਨੂੰ ਵੀ ਬੱਚਿਆਂ ਦੇ ਰਾਈਟਸ ਮਿਲਣੇ ਚਾਹੀਦੇ ਆ। ਠੀਕ ਹੈ, ਬੱਚਿਆਂ ਦੇ ਰਾਈਟਸ। ਫਿਰ ਅਡੋਪਸ਼ਨ ਦੇਖੋ, ਉਹ ਬਾਇਓਲੋਜੀਕਲੀ ਤਾਂ ਦੋਨੋਂ ਜਾਣੇ ਪੇਰੈਂਟ ਨਹੀਂ ਬਣ ਸਕਦੇ, ਉਹਨਾਂ 'ਚ ਕੋਈ ਇੱਕ ਹੀ ਪੇਰੈਂਟ ਹੋਏਗਾ। ਫਿਰ ਕਸਟਡੀ ਦੇ ਟਾਈਮ ਰੌਲਾ ਪਊਗਾ ਕਿ ਮੈਂ ਤਾਂ ਬੱਚੇ ਦਾ ਬਾਇਓਲੋਜੀਕਲ ਪੇਰੈਂਟ ਆ, ਦੂਜਾ ਕੌਣ ਅਡੋਪਟਡ ਪੇਰੈਂਟ ਆ। ਸੋ ਫਿਰ ਅਡੋਪਸ਼ਨ ਦੇ ਲਾਅ ਦੇ ਵਿੱਚ ਚੇਂਜਸ ਕਰਨੇ ਪੈਣਗੇ। ਫਿਰ
ਕਾਰਾ ਇਹਨਾਂ ਦੀ ਅਡਾਪਸ਼ਨ ਕਾਰਾ ਦੇ ਥਰੂ ਹੀ ਹੋਏਗੀ। ਇਹਨਾਂ ਦੀ ਅਡਾਪਸ਼ਨ ਕਿਉਂਕਿ ਕਿਸੇ ਰਿਲੀਜੀਅਸ ਜਿਹੜੀ ਅਡਾਪਸ਼ਨ ਉਹਦੇ ਅੰਡਰ ਤਾਂ ਹੋਏਗੀ ਨਹੀਂ। ਹੁਣ ਕਾਰਾ ਕਦੇ ਵੀ ਸੇਮ ਸੈਕਸ ਦੇ ਜਿਹੜੇ ਕਪਲ ਹੋਣਗੇ ਉਹਨਾਂ ਨੂੰ ਪ੍ਰੈਫਰੇਬਲੀ ਅਡਾਪਸ਼ਨ ਨਹੀਂ ਦਿਓ, ਕਿਉਂਕਿ ਜਦੋਂ ਬੱਚੇ ਦੀ ਅਡਾਪਸ਼ਨ ਦਿੱਤੀ ਜਾਂਦੀ ਆ, ਬੀਇੰਗ ਅ ਚਾਈਲਡ ਰਾਈਟ ਐਕਟਿਵਿਸਟ ਦੱਸ ਸਕਦੀ ਹਾਂ, ਬੀਇੰਗ ਅ ਮੈਂਬਰ ਆਫ ਚਾਈਲਡ ਕਮਿਸ਼ਨ ਵੀ ਦੱਸ ਸਕਦੀ ਹਾਂ ਕਿ ਬੱਚੇ ਦਾ ਬੈਸਟ ਇੰਟਰਸਟ ਦੇਖਿਆ ਜਾਂਦਾ। ਬੱਚੇ ਦਾ ਬੈਸਟ ਇੰਟਰਸਟ ਕਿੱਥੇ ਹੋਊਗਾ? ਜਿਹੜੇ ਪੇਰੈਂਟ ਉਹਦੇ ਲਈ ਬੈਸਟ ਹੋਣਗੇ। ਹੁਣ ਉਹਦੇ ਲਈ ਪੇਰੈਂਟ ਕੌਣ ਬੈਸਟ ਹੋਣਗੇ? ਜਿਹੜੇ ਉਹਨੂੰ ਮਦਰ ਫਾਦਰ ਦੋਨਾਂ ਦਾ ਪਿਆਰ ਦੇ ਸਕਣਗੇ। ਹੁਣ ਗੱਲ ਇਹ ਆ ਕਿ ਉਹ ਤਾਂ ਸੇਮ ਸੈਕਸ ਦੇ ਜਿਹੜੇ ਕਪਲ ਹੈਗੇ ਉਹ ਵੀ ਦੇ ਸਕਦੇ ਆ, ਪਰ ਉਹ 'ਚ ਕਨਫਿਊਜ਼ਨ ਹੋਊਗੀ ਕੌਣ ਮਦਰ ਆ ਕੌਣ ਫਾਦਰ ਆ। ਜੀ ਇੱਕ ਸਮਾਜਿਕ ਜਿਹੜੀ ਚੀਜ਼ ਹੈਗੀ ਆ। ਫਿਰ ਅੱਗੇ ਵੀ 2 ਮਿੰਟ ਹੈ ਨਾ, ਮੈਂ ਗੱਲ ਨੂੰ ਕੰਪਲੀਟ ਕਰਨਾ। ਫਿਰ ਬੱਚੇ ਸਕੂਲ ਜਾਣਗੇ, ਬੱਚਿਆਂ ਨੂੰ ਤਾਂ ਜਦੋਂ ਮਦਰ ਫਾਦਰ ਦਾ ਕੋਈ ਡਾਈਵੋਰਸ ਦਾ ਇਸ਼ੂ ਹੀ ਚੱਲਦਾ, ਕੋਈ ਰੌਲਾ ਚੱਲਦਾ, ਤਾਂ ਸਕੂਲ 'ਚ ਇੰਨਾ ਟੀਜ਼ ਕਰਦੇ ਆ, ਜਿਨ੍ਹਾਂ ਕਰਕੇ ਉਹਨਾਂ ਦੀ ਸਾਈਕੋਲੋਜੀ ਇਫੈਕਟ ਹੁੰਦੀ ਆ। ਉਦੋਂ ਬੱਚਿਆਂ ਦੀ ਸਾਈਕੋਲੋਜੀ ਕਿੱਥੇ ਜਾਏਗੀ? ਸੋ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਵਿੱਚ ਪਹਿਲਾਂ ਚੇਂਜ ਕਰਨਾ ਪਊਗਾ। ਔਰ ਸਮਾਜ, ਸਾਡਾ ਜਿਹੜਾ ਸਮਾਜ ਆ ਉਹ ਤਾਂ ਹਲੇ ਤੱਕ ਪ੍ਰੋਪਰ ਰਾਈਟਸ ਇਹਨਾਂ ਨੂੰ ਮਤਲਬ LGBT ਕਮਿਊਨਿਟੀ ਕੀ ਔਰਤ ਨੂੰ ਵੀ ਉਹਨਾਂ ਬਰਾਬਰ ਦੇ ਹਲੇ ਹੱਕ ਨਹੀਂ ਦੇ ਪਾਇਆ ਹੈਗਾ। ਸਮਾਜ ਨਾਲ ਸਾਡੀਆਂ ਲੜਾਈਆਂ ਚੱਲਦੀਆਂ ਨੇ, ਪਤਾ ਨਹੀਂ ਕਦੋਂ ਤੱਕ ਚੱਲਦੀਆਂ ਰਹਿਣੀਆਂ ਨੇ। ਕਾਨੂੰਨਨ ਕਈ ਚੀਜ਼ਾਂ ਸਾਨੂੰ ਮਿਲ ਗਈਆਂ ਨੇ ਜਿਹੜੀਆਂ ਸਾਨੂੰ ਸਮਾਜ ਨੇ ਨਹੀਂ ਦਿੱਤੀਆਂ। ਔਰ ਮੈਨੂੰ ਪਤਾ ਕਿ ਇਹ ਸਮਾਜ ਜਿਹੜਾ ਸਾਡਾ ਹੈਗਾ ਇਹ ਕਦੇ ਵੀ ਇਸ ਵਿਆਹ ਨੂੰ ਐਕਸੈਪਟ ਨਹੀਂ ਕਰੇਗਾ। ਹੁਣ ਮੈਂ ਇਹਦੇ ਵਿੱਚ 2 ਚੀਜ਼ਾਂ ਹੋਰ ਆ। ਵਿਆਹ ਹੁੰਦਾ ਜੀ, ਕੁੜੀ ਵਿਆਹ ਕੇ ਮੁੰਡੇ ਦੇ ਘਰ ਜਾਂਦੀ ਆ, ਕੀ ਆਪਾਂ ਉਹ ਪਿਰਤ ਤੋੜੀ, ਘਰ ਜਵਾਈ ਬਣਾਇਆ, ਫਿਰ ਉਹ ਘਰ ਜਵਾਈ ਬਣਦਾ ਆ। ਕਦੇ ਗਈ ਆ ਕਿ ਮੁੰਡਾ ਵਿਆਹ ਕੇ ਕੁੜੀ ਦੇ ਘਰ ਗਿਆ? ਪਹਿਲਾਂ ਇਸ ਚੀਜ਼ ਦੀ ਇਕੁਐਲਿਟੀ ਲਿਆਈ? ਨਹੀਂ ਲਿਆਂਦੀ ਗਈ। ਸੋ ਬਹੁਤ ਸਾਰੀਆਂ ਚੀਜ਼ਾਂ ਨੇ, ਬਹੁਤ ਸਾਰੇ ਸਵਾਲ ਨੇ। ਅਜੇ ਸਮਾਜ ਨੇ ਬਹੁਤ ਸਾਰੀਆਂ ਚੀਜ਼ਾਂ ਨੂੰ ਐਕਸੈਪਟ ਨਹੀਂ ਕੀਤਾ। ਮੈਨੂੰ ਲੱਗਦਾ ਕਈ ਸਦੀਆਂ ਤੱਕ ਐਕਸੈਪਟ ਨਹੀਂ ਵੀ ਕਰੂਗਾ। ਜੀ, ਜਿਵੇਂ ਤੁਸੀਂ ਕਿਹਾ ਕਿ ਬਹੁਤ ਵੱਡਾ ਇਹਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਕਿ ਗੁੰਝਲਦਾਰ ਚੀਜ਼ ਆ ਜਾਂ ਰੁਲ ਜਾਣਗੇ ਉਹ ਨੇ ਬੱਚੇ। ਕਿ ਬੱਚੇ ਜੇ ਔਰਤ ਨਾਲ ਵਿਆਹ ਕਰਾਉਂਦੀ ਹੈ ਜਾਂ ਮਰਦ ਨਾਲ ਰਹਿੰਦਾ ਤੇ ਬੱਚਾ ਮਾਂ ਕਿਹਨੂੰ ਕਹੇਗਾ ਜਾਂ ਪਿਓ ਕਿਹਨੂੰ ਕਹੇਗਾ? ਕਨਫਿਊਜ਼ ਹੋ ਜਾਊਗਾ ਸਾਰਾ ਸਿਸਟਮ। ਪਰ ਜੇ ਮੈਂ ਅੱਜ ਦੀ ਹੀ ਬਹਿਸ ਦੀ ਗੱਲ ਕਰਾਂ ਜਿਹੜੀ ਅੱਜ ਹੋਈ ਹੈ ਤੁਸ਼ਾਰ ਮਹਿਤਾ ਹੋਣਾ ਨੇ ਕੀਤੀ ਹੈਗੀ ਹੈ, ਉਹਨਾਂ ਨੇ ਇਹ ਕਿਹਾ ਕਿ ਮਾਂ ਤੇ ਪਿਓ ਜਿੱਦਾਂ ਆਪਾਂ ਜੈਨੀਟਲਸ ਤੇ ਆਧਾਰਿਤ ਕਰਦੇ ਸੀਗੇ, ਇਹ ਲਿੰਗ ਦੀ ਲੜਾਈ ਖਤਮ ਕਰਾਂਗੇ ਇਹਦੇ ਵਿੱਚ, ਤੇ ਇਹਦੇ ਵਿੱਚ ਵੈਸੇ ਕੰਸੀਡਰ ਕੀਤਾ ਜਾਏਗਾ ਜਿਹਦੇ ਚ ਮਾਂ ਵਾਲੀਆਂ ਭਾਵਨਾਵਾਂ ਨੇ ਉਹ ਮਾਂ, ਕਿਉਂਕਿ ਹੋਮੋਸੈਕਸੁਅਲਸ ਦੇ ਵਿੱਚ ਵੀ ਦੇਖਿਆ ਗਿਆ ਹੈ ਕਿ ਇੱਕ ਜਣਾ ਔਰਤ ਦੀ ਤਰ੍ਹਾਂ ਵਿਚਰਦਾ ਹੈਗਾ ਤੇ ਇੱਕ ਜਣਾ ਮਰਦ ਦੀ, ਤਾਂ ਉਸ ਆਧਾਰ ਤੇ ਮਾਂ ਪਿਓ ਜਿਹੜੇ ਨੇ ਉਹ ਤੈਅ ਹੋਣਗੇ। That is again confusing. Who will decide that? Question ਇਹ ਆ ਨਾ, who will decide that? ਕੱਲ ਨੂੰ ਅੱਜ ਉਹਦੇ ਵਿੱਚ ਮੇਲ ਵਾਲੀਆਂ ਫੀਲਿੰਗ ਆ, ਕੱਲ ਨੂੰ ਉਹਦੇ ਵਿੱਚ ਫੀਮੇਲ ਵਾਲੀਆਂ ਫੀਲਿੰਗ ਆ ਜਾਣਗੀਆਂ, ਬਿਕਾਜ਼ ਇਹ ਸਾਈਕੋਲੋਜੀ ਆ। ਜੀ, ਉਹ ਡਿਸਾਈਡ ਕੌਣ ਕਰੇਗਾ? ਗੱਲ ਆ ਕਿ ਉਹਨਾਂ ਨੇ ਤਾਂ ਮਾਂ ਤੇ ਬਾਪ ਵਾਲੀ ਗੱਲ ਕਰਤੀ ਆ, ਬਟ ਉਹ ਬੱਚਿਆਂ ਦਾ ਕੀ? ਜੀ, ਉਹ ਬੱਚੇ ਤਾਂ ਕਨਫਿਊਜ਼ ਹੋਣਗੇ ਨਾ। ਗੱਲ ਬੱਚਿਆਂ ਦੀ ਆ, ਗੱਲ ਉਹ ਬੱਚਿਆਂ ਦੇ ਉੱਤੇ ਜਿਹੜਾ ਅਸਰ ਪੈਣਾ ਆ, ਜਿਹੜੀ ਬੱਚਿਆਂ ਨੂੰ ਸੋਸ਼ਲ ਟਰਾਮੇ ਨੂੰ ਸਹਿਣਾ ਪੈਣਾ ਆ, ਉਹ ਸਾਰੀਆਂ ਚੀਜ਼ਾਂ ਨੇ। ਜੀ, ਸੋ ਸਵਾਲ ਕੋਈ ਇੱਕ ਨਹੀਂ ਹੈਗਾ। ਤਾਂ ਇਹ ਵੀ ਹੋ ਸਕਦਾ ਜੇ 2 ਬਾਇਓਲੋਜੀਕਲ ਪੇਰੈਂਟ, ਇੱਕ ਨੇ ਇੱਕ ਬੱਚਾ ਕਰ ਲਿਆ, ਦੂਜੇ ਨੇ ਦੂਜਾ ਬੱਚਾ ਕਰ ਲਿਆ, ਪਰ ਸੈਂਸ ਆਫ ਬਿਲੋਂਗਿੰਗਨੈਸ ਨਹੀਂ ਰਹੂਗੀ। ਉਹ ਜਿਹੜੀ ਮਾਂ ਬਾਪ ਵਾਲੀ ਜੋ ਅਸਲੀ ਫੀਲਿੰਗ ਹੁੰਦੀ ਉਹ ਨਹੀਂ ਰਹੂਗੀ। ਜੀ, ਮੈਂ ਤੁਹਾਨੂੰ ਇੱਕ ਸਵਾਲ ਪੁੱਛਦੀ ਹਾਂ, ਕਦੇ ਆਪਾਂ ਨੇਚਰ 'ਚ ਦੇਖਿਆ ਹੈ ਕਿ 2 ਫੀਮੇਲ ਡੌਗ ਇੱਕ ਦੂਜੇ ਦੇ ਨਾਲ ਰਹਿ ਰਹੇ ਨੇ? ਵੈਸੇ ਨੈਚੁਰਲ ਫਿਨੋਮੀਨਾ ਦੀ ਗੱਲ ਕਰੂੰਗੀ ਮੈਂ ਉਸ ਚੀਜ਼ ਦੇ, ਮੈਂ ਉਹਨਾਂ ਦੀ ਸਾਈਕੋਲੋਜੀ ਨੂੰ ਅੰਡਰਸਟੈਂਡ ਕਰਦੀ ਹਾਂ ਕਿ ਜਿਹੜੇ ਹਿਊਮਨ ਰੇਸ ਹੈਗੀ ਆ ਇਹਦੀ ਚੇਤਨਾ ਦਾ ਬਹੁਤ ਜ਼ਿਆਦਾ ਵਿਕਾਸ ਹੋਇਆ। ਸਾਡੀ ਚੇਤਨਾ ਦਾ ਵਿਕਾਸ ਆ, ਤਾਂ ਹੀ ਅਸੀਂ ਜਾਨਵਰਾਂ ਨਾਲੋਂ ਡਿਫਰੈਂਟ ਆ। ਠੀਕ, ਚੇਤਨਾ ਦਾ ਵਿਕਾਸ ਆ, ਸਾਈਕੋਲੋਜੀ ਦਾ ਵਿਕਾਸ ਆ, ਪਰ ਗੱਲ ਆ ਕਿ ਨੇਚਰ ਦੇ ਤਾਂ ਉਲਟ ਆ ਨਾ। ਤੇ ਜਦੋਂ ਅਸੀਂ ਨੇਚਰ ਨਾਲ ਖਿਲਵਾੜ ਕਰਦੇ ਹਾਂ ਫਿਰ ਸਾਡਾ ਸਿਸਟਮ ਖਰਾਬ ਤਾਂ ਹੁੰਦਾ ਆ। ਜੀ, ਪਰ ਜਿਸ ਤਰ੍ਹਾਂ ਕਾਨੂੰਨ ਨੇ LGBT ਕਾਨੂੰਨ ਦੇ ਵਿੱਚ ਇੱਕ ਮਾਨਤਾ ਦੇਤੀ 3rd ਜੈਂਡਰ ਨੂੰ, ਹੈ ਨਾ, ਸੋ ਇੱਥੇ ਇਹ ਵੀ ਹੈਗਾ ਕਿ ਜੇ ਇੱਕ ਚੀਜ਼ ਇੰਟਰਪਟ ਕਰੂੰਗੀ, no one is 3rd gender, no one is 1st, 2nd or 3rd gender, we all are equal। ਜੀ, ਬਟ ਕਾਨੂੰਨ ਨੇ ਕਿਉਂਕਿ ਉਹਨਾਂ ਨੂੰ ਲੜਨੀ ਪਈ ਲੜਾਈ ਅਦਰ ਕੀਤਾ ਗਿਆ, ਅਦਰਸ ਕਰ ਦਿੱਤਾ। ਹੁਣ ਉਹਦੇ ਵਿੱਚ ਸਾਡੀ ਸੁਸਾਇਟੀ ਦੀ ਪ੍ਰੋਬਲਮ ਰਹੀ ਆ ਕਿ ਉਹ ਬੱਚੇ ਜਿਨ੍ਹਾਂ ਦੇ ਥੋੜੀ ਜਿਹੀ ਜੈਨੇਟਿਕਲ ਥੋੜਾ ਜਿਹਾ ਡਿਫਰੈਂਸਿਸ ਹੁੰਦਾ ਸੀ ਉਹਨਾਂ ਨੂੰ ਕੋਈ ਅਲੱਗ ਕਿੰਨਰ ਕਮਿਊਨਿਟੀ ਕਹਿ ਕੇ ਭੇਜ ਦਿੱਤਾ ਜਾਂਦਾ ਸੀ, ਜਦਕਿ ਉਹ ਬੱਚਿਆਂ ਦਾ ਉਨਾ ਹੀ ਹੱਕ ਸੀਗਾ ਜਿੰਨਾ ਸਾਡੇ ਪੇਰੈਂਟਸ ਨਾਲ ਰਹਿਣ ਦਾ ਹੱਕ ਸੀ। ਉਹਨਾਂ ਦਾ ਉਨਾ ਹੀ ਪ੍ਰਾਪਰਟੀ ਦੇ ਵਿੱਚ ਰਾਈਟ ਆ, ਉਨੇ ਹੀ ਸਾਰੇ ਰਾਈਟਸ ਨੇ। ਉਹ ਸਾਰੀਆਂ ਚੀਜ਼ਾਂ ਮੈਂ ਐਗਰੀ ਕਰਦੀ ਹਾਂ। ਠੀਕ ਹੈ, ਉਹਨਾਂ ਦੇ ਜਿਵੇਂ ਦੀ ਉਹਨਾਂ ਦੀ ਪਰਵਰਿਸ਼ ਹੋ ਰਹੀ ਹੈ, ਜੇ ਉਹਨਾਂ ਦੇ ਵਿੱਚ ਇੱਕ ਮੁੰਡੇ ਵਾਲੀ ਫੀਲਿੰਗ ਚੱਲ ਰਹੀ ਹੈ, ਉਹਨਾਂ ਨੂੰ ਮੁੰਡਾ ਬਣਾਓ, ਟਰਾਂਸਜੈਂਡਰ ਹੋ ਜਾਂਦੇ ਆ, ਫਿਰ ਉੱਦਾਂ ਦੇ ਵਿਆਹ ਨੂੰ ਆਪਾਂ ਫਿਰ ਵੀ ਮੰਨ ਲਈਏ, ਬਟ ਉਹ ਸੇਮ ਇੱਕੋ ਜਿਹੇ ਦੋਨਾਂ ਦੇ ਵਿਆਹ, ਸੋ ਉਹ ਚੀਜ਼ ਮੈਨੂੰ ਹਜਮ ਨਹੀਂ ਹੋ ਰਹੀ ਹੈਗੀ।
ਜੀ। ਸੋ ਸੋ ਤੁਹਾਨੂੰ ਲੱਗਦਾ ਕਿ ਇਹ ਸਮਾਜ ਦੇ ਇਹਦੇ ਮੈਨੂੰ ਲੱਗਦਾ ਕਿ ਫਿਰ ਵੀ ਸਾਡੀ ਸੰਸਕ੍ਰਿਤੀ ਆ, ਅਸੀਂ ਕਹਿੰਦੇ ਆ ਕਿ ਸਾਡੀ ਗੁਰੂਆਂ ਪੀਰਾਂ ਦੀ ਧਰਤੀ ਆ, ਇੱਕ ਅਸੀਂ ਨੇਚਰ ਦੇ ਮਤਲਬ ਫਿਲਾਸਫੀ ਦੇ ਉੱਤੇ ਚੱਲਦੇ ਆ। ਸੋ ਮੈਨੂੰ ਇਹ ਚੀਜ਼ ਮੈਨੂੰ ਵੀ ਉਹ ਚੀਜ਼ ਇੱਥੇ ਕਨਸਪੀਰੈਂਸੀ ਥਿਊਰੀ ਸੱਚੀ ਲੱਗਦੀ ਆ ਕਿ ਸ਼ਾਇਦ ਕੁਛ ਨਾ ਕੁਛ ਤਾਂ ਜੈਨੇਟਿਕਲੀ, ਕੁਛ ਨਾ ਕੁਛ ਤਾਂ ਹਾਰਮੋਨਸ ਦੇ ਨਾਲ ਹੇਰ-ਫੇਰ ਹੋਈ ਹੋਊਗੀ। ਹੋ ਸਕਦਾ ਕਿ ਇੱਥੇ ਉਹ ਕਨਸਪੀਰੈਂਸੀ ਥਿਊਰੀ ਬਿਲਕੁਲ ਸਹੀ ਹੋਵੇ ਕਿ ਆਬਾਦੀ ਨੂੰ ਕੰਟਰੋਲ ਕਰਨ ਦੀ ਖਾਤਰ ਜਿਹੜਾ ਹੈਗੇ ਹਾਰਮੋਨਸ ਬਦਲ ਦਿੱਤੇ ਗਏ, ਜਿਨ੍ਹਾਂ ਦੇ ਕਰਕੇ ਮੇਲ ਦੀ ਮੇਲ ਨਾਲ ਅਟਰੈਕਸ਼ਨ ਤੇ ਫੀਮੇਲ ਦੀ ਫੀਮੇਲ ਨਾਲ ਅਟਰੈਕਸ਼ਨ ਹੋ ਗਈ ਜੀ। ਹੋ ਸਕਦਾ, ਬਿਕਾਜ਼ ਇਟਸ ਆਲ ਡਿਪੈਂਡ ਔਨ ਕਨਸਪੀਰੈਂਸੀ ਥਿਊਰੀ। ਹੁਣ ਇਸ ਚੀਜ਼ ਦਾ ਕੋਈ ਐਵੀਡੈਂਸ ਨਹੀਂ ਹੈਗਾ, ਇਸ ਲਈ ਕੁਝ ਵੀ ਨਹੀਂ ਕਹਿ ਸਕਦੇ, ਬਟ ਹਾਂ ਮੈਨੂੰ ਇਹ ਚੀਜ਼ ਨਹੀਂ ਹਜਮ ਹੁੰਦੀ। ਜਿਵੇਂ ਤੁਸੀਂ ਕਿਹਾ ਕਿ ਸਭ ਤੋਂ ਵੱਡਾ ਡਰ ਨੇ ਬੱਚੇ, ਪਰ ਮੈਨੂੰ ਇਹ ਲੱਗਦਾ ਕਿ ਸਾਡੇ ਕੋਲ ਬਹੁਤ ਸਾਰੇ ਬੱਚੇ ਨੇ, ਜੇ ਉਹ ਬੱਚੇ ਨੂੰ ਜਨਮ ਨਹੀਂ ਵੀ ਦੇ ਸਕਦੇ ਹੈਗੇ ਜਾਂ ਪੇਰੈਂਟ ਨਹੀਂ ਵੀ ਦੋਨੋਂ ਬਣ ਸਕਦੇ ਤਾਂ ਅਡਾਪਟ ਕਰ ਸਕਦੇ। ਅਡਾਪਸ਼ਨ ਇੱਕ ਬੜੀ ਸਮਾਜ ਨੂੰ ਚੇਂਜ ਕਰੇਗੀ। ਹੁਣ ਅਡਾਪਸ਼ਨ ਕਿਵੇਂ ਹੁੰਦੀ ਆ? ਅਡਾਪਸ਼ਨ ਰਿਲੀਜੀਅਸ ਤਰੀਕੇ ਨਾਲ ਹੁੰਦੀ ਆ, ਠੀਕ ਹੈ। ਉਹਦੇ ਵਿੱਚ ਹਰੇਕ ਧਰਮ ਦੇ ਹਰੇਕ ਜਿਹੜੀ ਹੈਗੀ ਆ ਸਿਵਲ ਸੁਸਾਇਟੀ ਜਿਹੜੀ ਹੈਗੀ ਆ ਰਿਲੀਜੀਅਸ ਕਮਿਊਨਿਟੀ, ਉਹਦੇ ਐਥਨੀਸਿਟੀ ਦੇ ਆਪਣੇ ਆਪਣੇ ਲਾਜ਼ ਨੇ ਜੀ, ਠੀਕ ਹੈ। ਉਹਦੇ ਵਿੱਚ ਆ ਇੱਕ ਮੇਲ ਫੀਮੇਲ ਕਪਲ ਆ, ਉਹ ਅਡਾਪਟ ਕਰ ਸਕਦਾ, ਜਾਂ ਸਿੰਗਲ ਮੇਲ ਆ ਜਿਹੜਾ ਸਿੰਗਲ ਆ ਉਹ ਅਡਾਪਟ ਕਰ ਸਕਦਾ, ਸਿੰਗਲ ਫੀਮੇਲ ਆ ਉਹ ਅਡਾਪਟ ਕਰ ਸਕਦੀ ਆ। ਪਰ ਕਿਤੇ ਵੀ ਸਿੰਗਲ ਫੀਮੇਲ ਦੋਨੋਂ ਜਾਣੇ ਮਦਰ ਫਾਦਰ ਉਹ ਅਡਾਪਟ ਨਹੀਂ ਕਰ ਸਕਦੇ ਕਿਤੇ ਵੀ। ਦੋਨੋਂ ਜਦੋਂ ਐਕਸੈਪਟੈਂਸ ਮਿਲੇਗੀ ਤਾਂ ਚੇਂਜਸ ਹੋਣਗੀਆਂ ਕਾਨੂੰਨ ਚ, ਉਹਦੇ ਲਈ ਫਾਈਟ ਕਰਨਗੇ। ਤੁਸੀਂ ਉਹ ਗੱਲ ਕਹੀ ਹੈ ਨਾ, ਫਿਰ ਉਹਦੇ ਲਈ ਫਾਈਟ ਕਰਨਗੇ। ਉਹੀ ਗੱਲ ਕਹਿ ਰਹੀ ਹੈ ਨਾ, ਉਹ ਤਾਂ ਫਿਰ ਰਿਲੀਜੀਅਸ ਤਰੀਕੇ ਨਾਲ ਆ। ਫਿਰ ਦੂਜੀ ਅਡਾਪਸ਼ਨ ਕਿੱਥੋਂ ਹੋਣੀ ਆ? ਕਾਰਾ ਦੇ ਥਰੂ। ਕਾਰਾ ਦੇ ਥਰੂ ਅਡਾਪਸ਼ਨ ਦੇਣ ਵੇਲੇ ਜਿਹੜੀ ਗੱਲ ਮੈਂ ਪਹਿਲਾਂ ਕਹੀ, ਅਡਾਪਸ਼ਨ ਦੇਣ ਵੇਲੇ ਪਹਿਲੀ ਰਿਕੁਆਇਰਮੈਂਟ ਹੈ ਬੈਸਟ ਇੰਟਰਸਟ ਆਫ ਚਾਈਲਡ। ਸੋ ਉਹ ਪੂਲ ਦੇ ਵਿੱਚ ਜਿੰਨੇ ਪੇਰੈਂਟ ਹੁੰਦੇ ਨੇ ਉਹਨਾਂ ਦੇ ਵਿੱਚੋਂ ਬੈਸਟ ਚੂਜ਼ ਕੀਤਾ ਜਾਊਗਾ, ਔਰ ਬੈਸਟ ਹਮੇਸ਼ਾ ਹੀ ਉਹ ਪ੍ਰੈਫਰੇਬਲੀ ਉਹਨਾਂ ਨੂੰ ਚੂਜ਼ ਕਰਨਗੇ ਜਿਹੜੇ ਮੇਲ ਤੇ ਫੀਮੇਲ ਕਪਲ ਨੇ। ਜੀ। ਸੋ ਅਡਾਪਸ਼ਨ ਦੇ ਨਾਲ ਜਿਹੜਾ ਅਸੀਂ ਕਹਿ ਰਹੇ ਕਿ ਬਹੁਤ ਸਾਰੇ ਬੱਚਿਆਂ ਨੂੰ ਇੱਕ ਦੋ ਉਹ ਅਡਾਪਸ਼ਨ ਵਾਲੇ ਹੁਣ ਵੀ ਚਾਂਸਸ ਹੈਗੇ, ਹੁਣ ਵੀ ਬਹੁਤ ਸਾਰੇ ਪੇਰੈਂਟ ਆ ਜਿਹੜੇ ਬੱਚੇ ਨੂੰ ਅਡਾਪਟ ਕਰਨਾ ਚਾਹੁੰਦੇ, ਲਾਈਨ 'ਚ ਲੱਗੇ ਹੋਏ ਆ, 5-5 ਸਾਲਾਂ ਤੋਂ ਲਾਈਨ 'ਚ ਲੱਗੇ ਹੋਏ ਨੇ, ਉਹ ਕਪਲ ਲਾਈਨ 'ਚ ਲੱਗੇ ਹੋਏ ਨੇ। ਜੀ। ਹੁਣ ਤੁਸੀਂ ਬਹੁਤ ਸੋਹਣੀ ਗੱਲ ਕੀਤੀ ਕਿ ਕਪਲ, ਉਹਨਾਂ ਨੇ ਵੀ ਇਹੀ ਕਹਿ ਰਹੇ ਹੈਗੇ ਆ ਸੁਪਰੀਮ ਕੋਰਟ ਦੇ ਵਿੱਚ, CJI ਚੰਦਰਚੂੜ ਹੋਣਾ ਦੇ ਵੱਲੋਂ ਵੀ ਇਹ ਤਰਕ ਆਇਆ ਹੈਗਾ ਕਿ ਐਜ਼ ਅ ਕਪਲ ਉਹਨਾਂ ਨੂੰ ਇੱਕ ਪਛਾਣ ਦੇਣੀ। ਇੱਕ ਕਪਲ ਦੇ ਜੋ ਕਾਨੂੰਨ ਨੇ, ਜਿਵੇਂ ਇੰਪਲੋਇਮੈਂਟ ਦਾ ਕਾਨੂੰਨ, ਉਹਨੂੰ ਇੰਪਲੋਇਮੈਂਟ ਦਾ ਰਾਈਟ ਮਿਲ ਜਾਂਦਾ ਹੈਗਾ, ਜਾਂ ਉਹਨਾਂ ਦੋਨਾਂ ਨੂੰ ਸਮਾਜ ਵਿੱਚ ਵਿਚਰਨ ਦਾ, ਦੇ ਨਾਲ ਤਾਂ ਕੋਈ ਲੈਣਾ ਦੇਣਾ। ਬਹੁਤ ਸਾਰੇ ਉਹਨਾਂ ਨੇ ਤਰਕ ਦਿੱਤੇ ਕਿ ਜੋ ਸਮਾਜਿਕ ਸਾਨੂੰ ਫਾਇਦੇ ਮਿਲਦੇ ਨੇ ਇੱਕ ਗਵਰਨਮੈਂਟ ਦੇ ਕੋਲੋਂ, ਉਹ ਐਜ਼ ਅ ਕਪਲ ਹੀ ਦੋਨਾਂ ਜੀਆਂ ਦੇ ਲੱਗਦੇ, ਜਿਵੇਂ ਅਸੀਂ ਕਹਿ ਲਓ ਰਾਸ਼ਨ ਕਾਰਡ, ਇਹਨਾਂ ਚੀਜ਼ਾਂ ਦੇ ਲਈ ਵੀ ਉਹ ਐਜ਼ ਅ ਕਪਲ ਜਦੋਂ ਉਹਨਾਂ ਨੂੰ ਸਮਾਜ 'ਚ ਮਾਨਤਾ ਹੋਏਗੀ, ਇੱਕ ਲਾ ਦੇ ਅੰਡਰ ਉਹਨਾਂ ਦਾ ਵਿਆਹ ਜਿਹੜਾ ਹੈਗਾ ਆ ਉਹ ਸਵੀਕਾਰਿਆ ਜਾਏਗਾ। ਫਿਰ ਉਹਨੂੰ ਵਿਆਹ ਦੀ ਜਗ੍ਹਾ ਤੇ ਫਿਰ ਉਹਦੇ ਲਈ ਬੈਸਟ ਕਨਸੈਪਟ ਉਹੀ ਆ ਕਿ ਉਹ ਵਿਆਹ ਨਹੀਂਗਾ, ਵਿਆਹ ਇੱਕ ਧਾਰਮਿਕ ਜਾਂ ਸੈਕ੍ਰੇਡ ਕਨਸੈਪਟ ਆ। ਉਸ ਚੀਜ਼ ਨੂੰ ਮੈਂ ਤੁਹਾਨੂੰ ਉਹੀ ਗੱਲ ਕਹਿ ਰਹੀ ਹਾਂ ਨਾ, ਹਿੰਦੂ ਤੇ ਉਹਨੂੰ ਸਿਵਲ ਯੂਨੀਅਨ ਮੰਨਿਆ ਜਾਏਗਾ। ਫਿਰ ਤਾਂ ਉਹ ਸਪੈਸ਼ਲ ਮੈਰਿਜ ਐਕਟ ਆ, ਸਪੈਸ਼ਲ ਮੈਰਿਜ ਐਕਟ ਆ ਉਹ। ਫਿਰ ਉਹ ਮੈਰਿਜ ਨਹੀਂ ਗਈ, ਮੈਰਿਜ ਦੇ ਕਨਸੈਪਟ ਨੂੰ ਸਮਝੋ ਨਾ, ਜਿਹੜਾ ਵਿਆਹ ਦਾ ਕਨਸੈਪਟ ਫਿਰ ਉਹ ਸਿਵਲ ਯੂਨੀਅਨ ਹੀ ਹੈ ਜਿਹੜੇ ਜਿਵੇਂ ਲਿਵ ਇਨ ਚ ਰਹਿੰਦੇ ਨੇ। ਕੋਈ ਇਤਰਾਜ਼ ਨਹੀਂ ਹੈ ਜੇ ਸਿਵਲ ਯੂਨੀਅਨ ਦੇ ਵਿੱਚ, ਆਬਵੀਅਸ ਜੀ ਗੱਲ ਆ, ਸਿਵਲ ਯੂਨੀਅਨ ਆ, ਉਸ ਦੇ ਵਿੱਚ ਕੀ ਇਤਰਾਜ਼ ਆ? ਸਿਵਲ ਯੂਨੀਅਨ ਤਾਂ ਵੈਸੇ ਵੀ ਰਹਿ ਰਹੇ ਆ, ਬਟ ਥਿੰਗ ਇਹ ਕਿ ਚੀਜ਼ਾਂ ਬਹੁਤ ਕੰਪਲਿਕੇਟਡ ਹੋ ਜਾਣਗੀਆਂ। ਮੈਂ ਮੇਰੀ ਪਰਸਨਲ ਵਿਊ ਸਿਰਫ ਬੱਚਿਆਂ ਨੂੰ ਲੈ ਕੇ ਆ, ਬੱਚਿਆਂ ਦੀ ਬਹੁਤ ਸਾਰੀਆਂ ਚੀਜ਼ਾਂ ਨੇ, ਔਰ ਜੇ ਆਪਾਂ ਰਾਈਟਸ ਦੀ ਉਹਨਾਂ ਨੂੰ ਲੀਗਲ ਰਾਈਟ ਸਾਰੇ ਮਿਲ ਜਾਣਗੇ ਜੀ, ਠੀਕ ਹੈ। ਤੇ ਮੈਟਰਨਿਟੀ ਲੀਵ ਵਾਲੀ ਤਾਂ ਗੱਲ ਆਉਂਦੀ ਨਹੀਂ ਗੀ, ਚਲੋ ਹੈ ਨਾ। ਬਾਕੀ ਬਿਲਕੁਲ ਆ ਠੀਕ ਹੈ, ਇੱਕ ਦੀ ਕਿਤੇ ਹੋ ਜਾਂਦੀ, ਇੱਕ ਦੀ ਗਵਰਨਮੈਂਟ ਜੌਬ ਚੱਲ ਰਹੀ ਆ, ਦੂਜੇ ਨੂੰ ਉਹਦੀ ਪੈਨਸ਼ਨ ਮਿਲ ਜਾਏਗੀ। ਉਹ ਸਾਰੇ ਜਿਹੜੇ ਰਾਈਟਸ ਹੈਗੇ ਆ ਇੱਕ ਕਪਲ ਦੇ, ਉਹ ਰਾਈਟਸ ਮਿਲ ਜਾਣ, ਉਹ ਮਿਲਣੇ ਚਾਹੀਦੇ ਆ। ਚਲੋ ਉਹ ਕਪਲ ਨੇ, ਉਹਨਾਂ ਨੂੰ ਮਿਲਣੇ ਚਾਹੀਦੇ ਆ, ਆਈ ਐਗਰੀ। ਪਰ ਗੱਲ ਮੇਰੀ ਸਿਰਫ ਬੱਚਿਆਂ ਦੇ ਕਨਸੈਪਟ ਨੂੰ ਲੈ ਕੇ ਆ ਕਿ ਉਹ ਜਿਹੜੇ ਪੇਰੈਂਟ ਬਣਨਗੇ, ਉਹ ਪੇਰੈਂਟ ਬੱਚਿਆਂ ਦੇ ਲਈ ਇੱਕ ਟਰਾਮਾ ਬਣ ਕੇ ਰਹਿ ਜਾਊਗਾ। ਹਾਲੇ ਸਾਡੀ ਸੁਸਾਇਟੀ ਉਸ ਚੀਜ਼ ਲਈ ਪ੍ਰੀਪੇਅਰ ਨਹੀਂ ਹੈਗੀ। ਜੇ ਕਰਨਾ ਆ, ਪਹਿਲਾਂ ਸੁਸਾਇਟੀ ਨੂੰ ਬਦਲਿਆ ਜਾਵੇ। ਪਹਿਲਾਂ ਮੈਂ ਉਹੀ ਗੱਲ ਕਹਿ ਰਹੀ ਹਾਂ ਕਿ ਪਹਿਲਾਂ ਇਹਨਾਂ ਦੇ ਜਿਹੜੇ ਲਿਵ ਇਨ ਰਿਲੇਸ਼ਨਸ਼ਿਪ ਆ, ਉਹਨਾਂ ਨੂੰ ਕੁਝ ਲੀਗਲ ਰਾਈਟਸ ਦੇ ਦਿੱਤੇ ਜਾਣ ਤਾਂ ਕਿ ਉਹਨਾਂ ਨੂੰ ਉਸ ਚੀਜ਼ ਦੀ ਮਾਨਤਾ ਮਿਲੇ। ਫਿਰ ਉਸ ਚੀਜ਼ ਨੂੰ, ਬੱਚਿਆਂ ਵਾਲੇ ਰਾਈਟ ਉਹਨਾਂ ਨੂੰ ਬਾਅਦ ਵਿੱਚ ਮਿਲਣੇ ਚਾਹੀਦੇ, ਹਾਲੇ ਨਹੀਂ ਮਿਲਣੇ ਚਾਹੀਦੇ। ਪਹਿਲਾਂ ਸੁਸਾਇਟੀ ਇਸ ਚੀਜ਼ ਨੂੰ ਐਕਸੈਪਟ ਕਰੇ, ਫਿਰ ਕੱਲ੍ਹ ਨੂੰ ਉਹੋ ਜਿਹੇ ਪੇਰੈਂਟ ਦੇ ਬੱਚਿਆਂ ਨੂੰ ਵੀ ਐਕਸੈਪਟ ਕੀਤਾ ਜਾਊਗਾ। ਸੋ ਉਹਨਾਂ ਨੂੰ ਬੱਚਿਆਂ ਦੇ ਰਾਈਟ ਦੇਣੇ, ਇਟਸ ਟੂ ਅਰਲੀ ਜੀ। ਸੋ ਅਕੋਰਡਿੰਗ ਟੂ ਮੀ ਪਹਿਲਾਂ ਕਾਨੂੰਨ ਦੇ ਵਿੱਚ ਰਿਫਾਰਮਸ ਹੋਣਗੀਆਂ, ਸੁਸਾਇਟੀ ਤੱਕ ਇੱਕ ਮੈਸੇਜ ਜਾਏਗਾ ਕਿ ਇਹ ਇਹਨਾਂ ਦਾ ਕਾਨੂੰਨੀ ਹੱਕ ਆ ਇਕੱਠੇ ਰਹਿਣ ਦਾ। ਸੋ ਆਪਾਂ ਜੇ ਲੀਗਲੀ ਦੇਖੀਏ ਕਿ ਹਾਂ ਪਹਿਲਾਂ ਇਕੱਠੇ ਰਹਿਣ ਦਾ ਹੱਕ ਦਿੱਤਾ ਜਾਵੇ,
ਜਿਹੜਾ ਉਹਨਾਂ ਦਾ ਬਣਦਾ ਆ। ਸੋ ਉਹੀ ਸਿਵਲ ਯੂਨੀਅਨ, ਚਾਹੇ ਉਹ ਲਿਵ ਇਨ ਵਾਲੀ ਹੋਵੇ ਚਾਹੇ ਜਿਵੇਂ ਮਰਜ਼ੀ ਹੋਵੇ, ਉਹ ਉਹਨਾਂ ਦਾ ਸਪੈਸ਼ਲ ਲਾਅ ਬਣੇ ਕਿ ਇਹਨਾਂ ਦੇ ਸਪੈਸ਼ਲ ਰਾਈਟਸ ਹੈਗੇ ਨੇ ਜੀ, ਆਹ ਰਾਈਟ ਆ, ਇਹ ਇੱਕ ਦੂਜੇ ਦੇ, ਜੇ ਕਪਲ ਹੈਗੇ ਇੱਕ ਦੂਜੇ ਤੋਂ ਇਹ ਕਲੇਮ ਕਰ ਸਕਦੇ ਨੇ, ਠੀਕ ਹੈ, ਉਹ ਮਿਲੇ। ਪਰ ਇਹਨਾਂ ਨੂੰ ਹਲੇ ਬੱਚਿਆਂ ਦਾ ਰਾਈਟ ਦੇਣਾ ਇਟ ਇਜ਼ ਟੂ ਅਰਲੀ, ਕਿਉਂਕਿ ਬੱਚਿਆਂ ਲਈ ਬਹੁਤ ਟਰਾਮਟਾਈਜ਼ ਹੋ ਜਾਊਗਾ। ਪਰ ਵਿਆਹ ਦਾ ਹੱਕ ਮਿਲਣਾ ਚਾਹੀਦਾ ਨਾ, ਇਕੱਠੇ ਰਹਿਣ ਦਾ ਹੱਕ ਹੈ ਨਾ। ਵਿਆਹ ਤਾਂ ਪਹਿਲਾਂ ਹੀ ਕਨਸੈਪਟ ਹੀ ਉਹ ਰਿਲੀਜੀਅਸ ਆ। ਪਰ ਹਿੰਦੂ ਤੇ ਮੁਸਲਿਮ ਮੈਰਿਜ ਐਕਟ ਨੂੰ ਛੱਡ ਕੇ ਜੇ ਸਪੈਸ਼ਲ ਮੈਰਿਜ ਐਕਟ ਦੇ ਸਪੈਸ਼ਲ ਅਧਿਕਾਰ ਮੈਰਿਜ ਐਕਟ ਉਹਦਾ ਨਾਮ ਆ ਨਾ, ਉਹ ਵੀ ਮੇਲ ਤੇ ਫੀਮੇਲ ਦਾ ਆ ਉਹਦੇ ਵਿੱਚ, ਪਰ ਜੈਨੀਟਲਸ ਨੂੰ ਲੈ ਕੇ ਬਹਿਸ ਚੱਲ ਰਹੀ ਹੈ। ਉਹੀ ਗੱਲ ਕਹਿ ਰਹੀ ਹੈ ਨਾ, ਉਹ ਸਿਵਲ ਯੂਨੀਅਨ ਹੋਊਗੀ। ਮੀਨਸ that is sort of live in relationship, ਉਹਨੂੰ ਆਪਾਂ ਮੈਰਿਜ ਨਹੀਂ ਕਹਿ ਸਕਦੇ ਜੀ। ਸੋ ਉਹ ਤਾਂ ਬਾਕੀ ਹੁਣ ਦੇਖੋ, ਮੈਂ ਇੱਕ ਸਟੇਟ ਦੇ ਵਿੱਚ ਕੰਮ ਕਰਨ ਵਾਲੀ ਵਕੀਲ ਆ, ਉਹ ਚੀਫ ਜਸਟਿਸ ਨੇ, ਸਾਡੇ ਸੁਪਰੀਮ ਕੋਰਟ ਦੇ ਜੱਜਸ ਨੇ, ਆਬਵੀਅਸ ਉਹਨਾਂ ਦਾ ਜਿਹੜਾ ਏਰੀਆ ਆਫ ਨੌਲੇਜ ਆ ਦੈਟ ਇਜ਼ ਵੈਰੀ ਵਾਸਟ। ਮੈਂ ਤਾਂ ਉਹਨਾਂ ਦੇ ਸਮੁੰਦਰ ਦੇ ਵਿੱਚ ਇੱਕ ਕੁੱਜੇ ਦੇ ਬਰਾਬਰ ਵੀ ਨਹੀਂ ਗੀ ਜੀ, ਠੀਕ। ਮੈਂ ਆਪਣੇ ਪਰਸਨਲ ਜਿਹੜੇ ਵਿਊਜ਼ ਨੇ, ਸੁਸਾਇਟੀਅਲ ਪੁਆਇੰਟ ਆਫ ਵਿਊ ਤੋਂ ਜਿਹੜੇ ਵਿਊਜ਼ ਨੇ, ਮੈਂ ਕਹਿੰਦੀ ਹਾਂ ਸੁਸਾਇਟੀ ਦੀਆਂ ਕਮੀਆਂ ਨੇ, ਉਹਨਾਂ ਦੇ ਨਾਲ ਲੜਨਾ ਚਾਹੀਦਾ। ਔਰ ਮੈਂ ਖੁਦ ਲੜਦੀ ਆਈ ਹਾਂ ਸ਼ੁਰੂ ਤੋਂ, ਬਿਲਕੁਲ। ਜੈਂਡਰ ਇਕੁਐਲਿਟੀ ਲਈ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਫਾਈਟ ਕੀਤਾ ਆ। ਔਰ ਆਈ ਐਮ ਵੈਰੀ ਮਚ ਵਿਦ them ਕਿ ਉਹਨਾਂ ਦੇ ਰਾਈਟਸ ਨੇ। ਬਟ ਥਿੰਗ ਇਜ਼ ਕਿ ਉਹ ਹਜੇ ਐਜ਼ ਆ ਪੇਰੈਂਟ ਉਹਨਾਂ ਨੂੰ ਅਡੋਪਸ਼ਨ ਜਾਂ ਬੱਚਿਆਂ ਦੇ ਰਾਈਟ ਮਿਲਨੇ ਦੈਟ ਇਜ਼ ਟੂ ਅਰਲੀ, ਕਿਉਂਕਿ ਪਹਿਲਾਂ ਸੁਸਾਇਟੀ ਉਹਨਾਂ ਨੂੰ ਐਜ਼ ਅ ਕਪਲ ਐਕਸੈਪਟ ਕਰੇ, ਫਿਰ ਉਹਨਾਂ ਨੂੰ ਬੱਚਿਆਂ ਦੇ ਰਾਈਟ ਦਿੱਤੇ ਜਾਣ, ਤਾਂ ਕਿ ਬੱਚੇ ਟਰਾਮਟਾਈਜ਼ ਨਾ ਹੋਣ, ਤਾਂ ਕਿ ਬੱਚਿਆਂ ਤੇ ਮਾੜਾ ਅਸਰ ਨਾ ਪਵੇ। ਤੁਹਾਨੂੰ ਇਹ ਲੱਗਦਾ ਕਿ ਜੇ ਇਹਨੂੰ ਸਮਾਜ ਲਾਅ ਦੇ ਕਹਿਣ ਤੋਂ ਬਾਅਦ ਵਿਆਹ ਕੰਸੀਡਰ ਕਰਦਾ ਹੈ, ਤੇ ਵਿਆਹ ਦੇ ਵਿੱਚ ਬੱਚੇ ਹੋਣਾ ਵੀ ਸਾਡੇ ਸਮਾਜ ਦਾ ਹੀ ਇੱਕ ਹਿੱਸਾ ਹੈ? ਬਿਲਕੁਲ। ਬੱਚੇ ਵਿਆਹ ਕਿਸ ਚੀਜ਼ ਲਈ, ਵਿਆਹ ਵੈਸੇ ਆਪਣੀ ਸੁਸਾਇਟੀ 'ਚ ਕਾਹਦੇ ਲਈ ਕੀਤਾ ਜਾਂਦਾ ਆ? ਜੀ, ਸਿਰਫ ਇਕੱਠੇ, ਮੈਨੂੰ ਹਾਂਜੀ ਇਕੱਠੇ ਰਹਿਣ। ਜਿਨ੍ਹਾਂ ਦਾ ਰੂਹ ਦਾ ਰਿਸ਼ਤਾ ਹੈ, ਮੈਨੂੰ ਲੱਗਦਾ ਉਹਨਾਂ ਨੂੰ ਤਾਂ ਵਿਆਹ ਦੀ ਵੀ ਨਹੀਂ ਲੋੜ ਹੁੰਦੀ, ਉਹਨਾਂ ਦਾ ਤਾਂ ਰੂਹ ਦਾ ਰਿਸ਼ਤਾ ਚੱਲਦਾ ਹੀ ਰਹਿੰਦਾ, ਉਹਨਾਂ ਨੂੰ ਸਮਾਜਿਕ ਰਿਕੋਗਨੀਸ਼ਨ ਦੀ ਤਾਂ ਲੋੜ ਹੈ ਨਹੀਂ ਗੀ। ਠੀਕ, ਵਿਆਹ ਹਮੇਸ਼ਾ ਆਪਣੇ ਵੰਸ਼ ਨੂੰ ਵਧਾਉਣ ਦਾ ਇੱਕ ਜਰੀਆ ਮੰਨਿਆ ਜਾਂਦਾ ਆ, ਸਾਡੇ ਸਮਾਜ 'ਚ ਵੀ, ਕਾਨੂੰਨ ਦੇ ਵਿੱਚ ਵੀ। ਆਬਾਦੀ ਵੱਧਦੀ ਆ ਤੇ ਜਿਹੜਾ ਪਰਪਸ ਮੰਨਿਆ ਜਾਂਦਾ ਤੁਸੀਂ ਆ। ਇੱਕ ਤਸਵੀਰ ਦੇਖੀ ਹੈ ਸੋਸ਼ਲ ਮੀਡੀਆ ਤੇ, ਬੜੀ ਵਾਇਰਲ ਹੈ, ਇੱਕ ਮੇਲ ਹੈ, ਉਹਨੇ ਬੱਚੇ ਨੂੰ ਜਨਮ ਦਿੱਤਾ ਔਰ ਦੁੱਧ ਪਿਆ ਰਿਹਾ ਹੈਗਾ ਬੱਚੇ ਨੂੰ। ਬਿਲਕੁਲ, ਮੈਨੂੰ ਉਸ ਚੀਜ਼ ਬਾਰੇ ਬਹੁਤ ਚੰਗੀ ਤਰ੍ਹਾਂ ਪਤਾ ਆ। ਐਦਾਂ ਤਾਂ ਦੇਖੋ ਬਹੁਤ ਸਾਰੇ ਹੈਗੇ ਆ, ਜਿਹੜੀ ਫੀਮੇਲ ਬੋਡੀ ਦੇ ਵਿੱਚ ਮੇਲ ਪੈਦਾ ਹੁੰਦਾ, ਉਹ ਜਾ ਕੇ ਆਪਣੀ ਸਰਜਰੀ ਕਰਾਉਂਦੇ ਆ, ਉਹ ਫਿਰ ਮੇਲ ਬਣ ਜਾਂਦੇ ਆ। ਮੇਲ ਬੋਡੀ 'ਚ ਫੀਮੇਲ ਪੈਦਾ ਹੋਈ, ਉਹ ਆਪਣੇ ਆਪ ਨੂੰ ਫੀਮੇਲ। ਚੰਡੀਗੜ੍ਹ ਕਰੇ ਆਸ਼ਕੀ ਨਾਂ ਦੀ ਮੂਵੀ ਵੀ ਆਈ ਸੀ ਇਸ ਚੀਜ਼ ਦੇ ਉੱਤੇ, ਬਹੁਤ ਸੋਹਣੀ ਮੂਵੀ ਸੀਗੀ। ਸੋ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਮੰਨਦੀ ਹਾਂ, ਬਟ ਗੱਲ ਫਿਰ ਉਹੀ ਆ ਗਈ ਕਿ ਬੱਚੇ ਕਿਵੇਂ ਹੋਣਗੇ ਔਰ ਬੱਚੇ ਨੂੰ ਸੁਸਾਇਟੀ ਕਿਵੇਂ ਲਊਗੀ। ਬੱਚਾ ਬਹੁਤ ਟੀਜ਼ ਹੋਊਗਾ ਔਰ ਬੱਚਾ ਟਰਾਮਟਾਈਜ਼ ਹੋਊਗਾ। ਸੋ ਪਹਿਲਾਂ ਸੁਸਾਇਟੀ ਨੂੰ ਪ੍ਰਿਪੇਅਰ ਕਰੋ ਉਸ ਚੀਜ਼ ਲਈ, ਫਿਰ ਅੱਗੇ ਵਧੋ। ਸੁਸਾਇਟੀ ਪ੍ਰਿਪੇਅਰ, ਦੇਖੋ ਸਾਡੇ ਪਹਿਲਾਂ ਰਾਈਟ ਟੂ ਐਜੂਕੇਸ਼ਨ ਫॉर ਫੀਮੇਲ ਆਇਆ, ਜੀ, ਠੀਕ ਹੈ। ਪਹਿਲਾਂ ਕੁੜੀਆਂ ਨੂੰ ਬਾਹਰ ਲਿਜਾ ਕੇ ਪੜ੍ਹਾਉਣਾ ਸ਼ੁਰੂ ਕੀਤਾ, ਫਿਰ ਬਾਲ ਵਿਵਾਹ ਬੰਦ ਹੋਏ। ਹੌਲੀ ਹੌਲੀ ਚੀਜ਼ਾਂ ਦੇ ਵਿੱਚ ਨਾ ਹਰੇਕ ਚੀਜ਼ ਨੂੰ, ਇੱਕ ਜਿਹੜੀ ਸੁਸਾਇਟੀ ਬਹੁਤ ਆਰਥੋਡਾਕਸ ਸੁਸਾਇਟੀ ਆ, ਮਤਲਬ ਉਹਨੂੰ ਪ੍ਰੋਗਰੈਸਿਵ ਬਣਾਉਣ ਦੇ ਲਈ, ਉਹਦੇ ਵਿੱਚ ਚੇਂਜ ਲਿਆਉਣ ਦੇ ਲਈ ਸਟੈਪ ਬਾਈ ਸਟੈਪ ਹੀ ਚੱਲਣਾ ਪਊਗਾ ਨਾ ਜੀ। ਸੋ ਉਸ ਇਕੁਐਲਿਟੀ ਦੀ ਲੜਾਈ ਦੇ ਵਿੱਚ ਮੈਨੂੰ ਲੱਗਦਾ ਕਿ ਇਹ ਨਾ ਹੋਵੇ ਕਿ ਅਸੀਂ ਇੱਕ ਗਰੁੱਪ ਰਾਈਟ ਦਿੰਦੇ ਹੋਏ ਦੂਜੇ ਗਰੁੱਪ ਰਾਈਟ ਦੀ ਵਾਇਓਲੇਸ਼ਨ ਕਰ ਲਈਏ। ਜੀ, LGBTQ ਕਮਿਊਨਿਟੀ ਦੇ ਰਾਈਟਸ ਨੂੰ ਪ੍ਰੋਟੈਕਟ ਕਰਦੇ ਹੋਏ ਅਸੀਂ ਕਿਤੇ ਚਾਈਲਡ ਰਾਈਟ ਨੂੰ ਵਾਇਓਲੇਟ ਕਰ ਦਈਏ। ਸੋ ਮੇਰਾ ਕਨਸੈਪਟ ਇਹ ਹੈ। ਬਿਲਕੁਲ, ਔਰ ਤੁਹਾਡਾ ਜਿਹੜਾ ਤਰਕ ਆ ਉਹ ਜਾਇਜ਼ ਵੀ ਹੈਗਾ। ਹੁਣ ਮੈਂ ਜਾਂਦੇ ਜਾਂਦੇ ਚਾਹਾਂਗੀ ਜੀ, ਅਸੀਂ ਇਹਦੇ ਵਿੱਚੋਂ ਬੱਚਿਆਂ ਵਾਲਾ ਕਨਸੈਪਟ ਮੰਨ ਲਓ, ਕੱਲ ਨੂੰ ਇਸ ਤਰ੍ਹਾਂ ਦਾ, ਜਿਸ ਤਰ੍ਹਾਂ ਦੇ ਨਾਲ ਅਸੀਂ ਦੇਖਿਆ ਕਿ ਉਹ ਆਦਮੀ ਨੇ 3 ਬੱਚਿਆਂ ਨੂੰ ਵੀ ਜਨਮ ਦਿੱਤਾ ਹੈਗਾ, ਕੁਝ ਹੋਰ ਵੀ ਵੈਸਟ ਦੀਆਂ ਨੇ, ਕਿਉਂਕਿ ਯੂਨੀਅਨ ਸਟੇਟਸ ਨੇ ਤਾਂ 2015 ਦੇ ਵਿੱਚ ਹੀ ਇਸ ਕਾਨੂੰਨ ਨੂੰ ਲਾਗੂ ਕਰ ਦਿੱਤਾ ਸੀਗਾ। ਤਾਂ ਭਾਰਤ ਦੇ ਵਿੱਚ ਹਲੇ ਇਹਦੇ ਤੇ ਬਹਿਸ ਬਸਈਆ ਚੱਲ ਰਿਹਾ ਹੈਗਾ। ਜੇ ਬੱਚਿਆਂ, ਮੰਨ ਲਓ ਬੱਚੇ ਕਰਨ ਦਾ ਜਾਂ ਬੱਚਿਆਂ ਦਾ ਵਿੱਚ ਨਹੀਂ ਆਉਂਦਾ ਹੈਗਾ, ਤਾਂ ਤਦ ਤੁਹਾਡੀ ਰਾਏ ਕੀ ਰਹੇਗੀ? ਦੇਖੋ ਮੇਰੀ ਰਾਏ ਇਹੀ ਆ ਕਿ ਜੇ ਦੋ ਸੋਲ ਦੇ ਰਿਸ਼ਤੇ ਦੀ ਆਪਾਂ ਗੱਲ ਕਰਦੇ ਹਾਂ, ਜੇ ਦੋ ਆਤਮਾ ਦਾ ਰਿਸ਼ਤਾ, ਉਹਨਾਂ ਨੂੰ ਤਾਂ ਵਿਆਹ ਦੀ ਲੋੜ ਨਹੀਂ ਹੁੰਦੀ। ਮੈਂ ਤਾਂ ਵੈਸੇ ਵੀ ਸ਼ਾਇਦ ਮੈਂ ਫੈਮਿਲੀ ਲਾਅ ਦੀ ਐਡਵੋਕੇਟ ਹੈਗੀ ਹਾਂ। ਸਾਰਾ ਦਿਨ ਮੇਲ ਫੀਮੇਲ ਦੇ ਵਿਆਹ ਤੋਂ ਬਾਅਦ ਇੱਕ ਦੂਜੇ ਦੇ ਝਗੜੇ ਦੇਖ ਦੇਖ ਕੇ ਇੰਨੀ ਕੁ ਫਰਸਟ੍ਰੇਟ ਆ, ਮੈਨੂੰ ਲੱਗਦਾ ਕਿ ਮੇਲ ਫੀਮੇਲ ਦਾ ਵਿਆਹ ਨਹੀਂ ਸਿਰੇ ਚੜ੍ਹਦਾ, ਇਹ ਵਿਆਹ ਤਾਂ ਬਹੁਤ ਜਲਦੀ ਪ੍ਰੋਬਲਮ ਕਰਨ ਲੱਗ ਜਾਣਗੇ। ਸੋ ਮੇਬੀ ਮੇਰਾ ਬਾਇਸਡ ਕਨਸੈਪਟ ਉਸ ਚੀਜ਼ ਨੂੰ ਲੈ ਕੇ ਵੀ ਹੈਗਾ ਆ। ਪੰਜਾਬ ਚ ਪਾਇਲ ਤੇ ਜੁਵਿਕਾ ਦੋਨੋਂ ਕੁੜੀਆਂ ਨੇ, ਉਹਨਾਂ ਨੇ ਆਪਸ ਚ ਵਿਆਹ ਕਰਾਇਆ। ਚਲੋ ਉਹਨਾਂ ਦਾ ਦੇਖੋ ਵਧੀਆ ਗੱਲ ਆ, ਮੈਂ ਤਾਂ ਕਹਿ ਰਹੀ ਹਾਂ, ਦੇਖੋ ਇਹ ਤਾਂ ਸੋਲ ਦਾ ਰਿਸ਼ਤਾ ਆ।
ਜੇ ਦੋ ਆਤਮਾਵਾਂ ਦਾ ਮੇਲ ਆ, ਉਹ ਕਿਸੇ ਵੀ ਬਾਡੀ 'ਚ ਆ, ਮੇਲ 'ਚ ਆ, ਫੀਮੇਲ ਦੇ ਵਿੱਚ ਆ, ਉਹ ਰੂਹ ਦੇ ਰਿਸ਼ਤੇ ਨੇ, ਉਹ ਜਿਵੇਂ ਵੀ ਹੈਗੇ ਨੇ ਉਹ ਐਕਸੈਪਟਡ ਨੇ, ਠੀਕ ਹੈ, ਫਿਰ ਉਹਨਾਂ ਨੂੰ ਵਿਆਹ ਦੀ ਸਟੈਂਪ ਦੀ ਲੋੜ ਵੀ ਨਹੀਂ ਗੀ। ਜੀ ਗੱਲ ਤਾਂ ਇਹੀ ਹੈ ਨਾ, ਗੱਲ ਤਾਂ ਇਹ ਆ ਕਿ ਉਹਨਾਂ ਨੂੰ ਰਾਈਟ ਉਸ ਚੀਜ਼ ਦੀ ਲੋੜ ਵੀ ਨਹੀਂ। ਹਾਂ, ਇਹ ਸਾਰੀ ਬੈਟਲ ਹੀ ਇੱਕ ਰਾਈਟਸ ਦੀ ਆ ਕਿ ਇੱਕ ਕਪਲ ਦੇ ਰਾਈਟ ਦੂਜੇ ਨੂੰ ਮਿਲਣ। ਸੋ ਇਹ ਆ ਕਿ ਇੱਕ ਜੇ ਗਵਰਨਮੈਂਟ ਜੌਬ ਤੇ ਉਹਦੀ ਜੇ ਕੱਲ ਨੂੰ ਪੈਨਸ਼ਨ ਆ ਦੂਜੇ ਨੂੰ ਮਿਲੇ, ਠੀਕ ਹੈ, ਇੱਕ ਦਾ ਨੋਮੀਨੀ ਜੇ LIC ਦੇ ਵਿੱਚ ਕੋਈ ਹੈਗਾ ਦੂਜੇ ਨੂੰ ਮਿਲੇ। ਸੋ ਇਹ ਲੜਾਈ ਸਾਰੀਆਂ ਸਿਵਲ ਰਾਈਟਸ ਦੀ ਆ, ਡੋਮੈਸਟਿਕ ਰਾਈਟਸ ਦੀ ਆ। ਇਹ ਕੋਈ ਸੁਸਾਇਟੀ ਦੇ ਵਿੱਚ ਰਿਕੋਗਨੀਸ਼ਨ ਦੀ ਰਾਈਟ ਦੀ ਲੜਾਈ ਨਹੀਂ ਹੈਗੀ, ਕਿਉਂਕਿ ਸੁਸਾਇਟੀ ਵਿਲ ਟੇਕ ਟਾਈਮ। ਸੋ ਇਹ ਲੜਾਈ ਬੇਸਿਕਲੀ ਜਿਹੜੇ ਪ੍ਰੋਪਰਟੀ ਔਰ ਉਹ ਰਾਈਟਸ ਨੇ ਉਹਨਾਂ ਦੀ ਲੜਾਈ ਆ। ਇਹ ਲੜਾਈ ਕਿਸੇ ਮਤਲਬ ਆਪਾਂ ਵਿਆਹ ਵਾਲੇ ਦੂਜੇ ਕਨਸੈਪਟ ਦੀ ਉਸ ਚੀਜ਼ ਦੀ ਨਹੀਂ। ਬਟ ਹਾਂ, ਸਿਸਟਮ ਬਹੁਤ ਗੁੰਝਲਦਾਰ ਬਣੂਗਾ, ਇਹਦੇ ਲਈ ਸਪੈਸ਼ਲ ਲਾਜ਼ ਬਣਾਉਣੇ ਪੈਣਗੇ। ਇਹ ਕੋਈ ਬਹੁਤ ਈਜ਼ੀ ਜਿਹਾ ਕੰਮ ਨਹੀਂ ਜੀ। ਹਾਂਜੀ ਸੁਪਰੀਮ ਕੋਰਟ ਨੇ ਅਲਾਉ ਕਰਤਾ ਤੇ ਕੰਮ ਬਣ ਗਿਆ, ਬਹੁਤ ਕੁਛ ਇਹਦੇ ਵਿੱਚ ਹੋਏਗਾ। ਦੂਜੀ ਗੱਲ ਇਹ ਆ ਕਿ ਡਿਵੋਰਸ ਲਾਜ਼ ਦੇ ਵਿੱਚ ਬਿਲਕੁਲ ਬਹੁਤ ਚੀਜ਼ਾਂ ਚੇਂਜ ਆਉਣਗੀਆਂ। ਦੂਜੀ ਗੱਲ ਪਤਾ ਕੀ ਆ ਕਿ ਹਮੇਸ਼ਾ ਇੰਟਰਨੈਸ਼ਨਲ ਲੈਵਲ ਤੇ ਇੱਕ ਲੜਾਈ ਚੱਲਦੀ ਆ, ਇੱਕ ਗਲੋਬਲਾਈਜੇਸ਼ਨ ਦੇ ਜਿਹੜੇ ਹਿਊਮਨ ਰਾਈਟਸ ਦੇ ਐਡਵੋਕੇਸੀ ਕਰਦੇ, ਇੱਕ ਹੈਗੇ ਆ ਰਿਲੇਟਿਵ ਰਾਈਟਸ ਜੋ ਆਪਣੇ ਕਲਚਰਸ ਨੂੰ ਪ੍ਰੀਜ਼ਰਵ ਕਰਨ ਦੇ ਰਾਈਟਸ ਦੀ ਗੱਲ ਕਰਦੇ ਆ। ਸੋ ਇਹਦੇ ਵਿੱਚ ਮੈਂ ਓਬਵੀਅਸਲੀ ਗੱਲ ਆ, ਮੈਂ ਇੱਕ ਸਾਈਡ ਤੇ ਨਹੀਂ ਜਾਂਦੀ, ਬਿਕਾਜ਼ ਕਦੇ ਵੀ ਕੋਈ ਵੀ ਚੀਜ਼ ਵਾਈਟ ਐਂਡ ਬਲੈਕ ਨਹੀਂ ਹੁੰਦੀ, ਸਮ ਟਾਈਮ ਗ੍ਰੇ ਵੀ ਹੁੰਦੀ ਆ। ਸੋ ਮੈਂ ਉਸ ਮਿਡਲ ਪਾਥ ਦੇ ਵਿੱਚ ਹੈਗੀ ਆ। ਜਾਂ ਇਹ ਕਹਿ ਲਓ ਕਿ ਮੇਰੇ ਅਕੋਰਡਿੰਗ ਮੈਂ ਖੁਦ ਹੀ ਹਲੇ ਕਨਫਿਊਜ਼ ਹੈ ਇਹਨਾਂ ਚੀਜ਼ਾਂ ਨੂੰ ਲੈ ਕੇ। ਮੈਂ ਕਹਿ ਸਕਦੀ ਹਾਂ ਕਿ ਐਗਜ਼ੈਕਟਲੀ ਸਹੀ ਕੀ ਆ, ਕਿਉਂਕਿ ਜਦੋਂ ਅਸੀਂ ਇੱਕ ਹਿਊਮਨ ਦੇ ਇੰਡੀਵਿਜੂਅਲ ਰਾਈਟ ਦੀ ਗੱਲ ਕਰਦੇ ਹਾਂ ਤਾਂ ਜੇ ਮੈਨੂੰ ਹੱਸਣ ਖੇਡਣ ਦਾ, ਮੈਨੂੰ ਜੀਣ ਦਾ, ਮੈਨੂੰ ਹਰ ਚੀਜ਼ ਦਾ ਰਾਈਟ ਹੈਗਾ ਆ, ਤਾਂ ਉਹ ਰਾਈਟ ਦੂਜੇ ਵੀ ਇੰਡੀਵਿਜੂਅਲ ਨੂੰ ਹੈਗਾ। ਫਿਰ ਉਹ ਚਾਹੇ ਟਰਾਂਸਜੈਂਡਰ ਆ, LGBT ਕਿਉਂ ਕੋਈ ਵੀ ਕਮਿਊਨਿਟੀ ਤੋਂ, ਉਹਦੇ ਅੰਦਰ ਕੀ ਆ, ਉਹਨਾਂ ਨੂੰ ਰਾਈਟ ਆ। ਤੁਹਾਨੂੰ ਵਿਆਹ ਕਰਾਉਣ ਦਾ ਰਾਈਟ? ਹਾਂ, ਮੈਨੂੰ ਰਾਈਟ ਹੈਗਾ, ਪਰ ਮੈਂ ਤਾਂ ਕਰਾਉਣਾ ਵੀ ਨਹੀਂ ਚਾਹੁੰਦੀ ਜੀ। ਸੋ ਗੱਲ ਇਹ ਹੈ ਨਾ ਕਿ ਮੈਨੂੰ ਰਾਈਟ ਹੈਗਾ ਆ, ਮੈਂ ਕਰਾਉਣਾ ਨਹੀਂ ਚਾਹਵੇ ਤੇ ਉਹਨੂੰ ਕਰਾ ਲੈਣਾ ਚਾਹੀਦਾ, ਪਰ ਉਹਨਾਂ ਨੂੰ ਰੋਕ ਵੀ ਕੋਈ ਨਹੀਂ ਰਿਹਾ, ਉਹ ਲਿਵ ਇਨ ਚ ਰਹਿ ਸਕਦੇ ਨੇ। ਪਰ ਵਿਆਹ ਕਰਾਉਣ ਲਈ ਇੱਕ ਸਮਾਜ ਨੂੰ ਇਕੱਠੇ ਕਰਨਾ, ਸਮਾਜ ਨੇ ਤਾਂ ਫਿਰ ਹਲੇ ਐਕਸੈਪਟ ਕਰਨਾ ਹੀ ਨਹੀਂ। ਸਮਾਜ ਤਾਂ ਮੈਂ ਤੁਹਾਨੂੰ ਕੀ ਗੱਲ ਕਹੀ ਆ ਕਿ ਇੱਕ ਮੁੰਡੇ ਨੂੰ ਕੁੜੀ ਦੇ ਘਰ ਜਾਣਾ, ਇੱਕ ਜਵਾਈ ਬਣ ਕੇ ਘਰ ਰਹਿਣ ਨੂੰ ਐਕਸੈਪਟ ਨਹੀਂ ਕਰਦਾ, ਸਮਾਜ ਉਸ ਚੀਜ਼ ਨੂੰ ਜੇ ਕਿੱਥੇ ਐਕਸੈਪਟ ਕਰ ਲੇਗਾ। ਸੋ ਇਹ ਜਿਹੜੀ ਲੜਾਈ ਆ ਨਾ ਇੰਟਰਨੈਸ਼ਨਲ ਲੈਵਲ ਤੇ, ਹੁਣ ਉਹ ਜਿੱਥੋਂ ਕਨਸਪੀਰੈਂਸੀ ਥਿਊਰੀ ਵੀ, ਇਹ ਲੜਾਈ ਕਲਚਰ ਪਲੱਸ ਗਲੋਬਲਾਈਜੇਸ਼ਨ ਦੀ ਲੜਾਈ ਆ। ਇਹ ਕੋਈ ਛੋਟੀ ਜਿਹੀ ਲੜਾਈ ਨਹੀਂ, ਇਹ ਤਾਂ ਬਹੁਤ ਵੱਡੀ ਲੜਾਈ ਹੈ। ਔਰ ਸਾਡੀ ਸੋਸਾਇਟੀ ਇਸ ਚੀਜ਼ ਨੂੰ ਗਲੋਬਲਾਈਜੇਸ਼ਨ ਦੇ ਪ੍ਰੈਸ਼ਰ ਦੇ ਅੰਡਰ ਆ ਕੇ, ਜਾਂ ਜੋ ਸੋਸ਼ਲ ਮੀਡੀਆ ਦਾ ਹੈਗਾ ਆ ਉਹਦੇ ਪ੍ਰੈਸ਼ਰ ਦੇ ਅੰਡਰ ਆ ਕੇ ਇੱਕ ਆਪਣੇ ਆਪ ਨੂੰ ਐਡਵਾਂਸ ਪ੍ਰੋਗਰੈਸਿਵ ਸੋਸਾਇਟੀ ਐਕਸੈਪਟ ਕਰਦੇ, ਉਸ ਚੀਜ਼ ਨੂੰ ਮੰਨ ਲੈ, ਪਰ ਅੰਦਰੋਂ ਮੰਨਣਾ ਇਹ ਬਹੁਤ ਔਖਾ ਆ। ਤੇ ਇਸੇ ਲਈ ਇਹ ਚੀਜ਼ ਮੈਨੂੰ ਹਜਮ ਨਹੀਂ ਹੁੰਦੀ, ਕਿਉਂਕਿ ਮੈਂ ਇੰਨੀ ਕੁ ਬਲੰਟ ਤਾਂ ਹੈਗੀ ਆ, ਜੇ ਕੋਈ ਚੀਜ਼ ਮੈਨੂੰ ਅੰਦਰੋਂ ਹਜਮ ਨਹੀਂ ਹੁੰਦੀ ਤਾਂ ਮੈਂ ਉਹਨੂੰ ਹਜਮ ਨਹੀਂ ਕਰ ਪਾਉਂਗੀ। ਸੋ ਇਹ ਹੋਣਾ ਵੀ ਚਾਹੀਦਾ, ਤੁਹਾਡੀ ਕਲੈਰਿਟੀ ਆਫ ਥਾਟ ਹੋਣੀ ਚਾਹੀਦੀ ਆ ਕਿ ਯੈਸ ਇਫ ਯੂ ਆਰ ਨਾਟ ਐਗਰੀ। ਜਾਂ ਇਹ ਵੀ ਹੋ ਸਕਦਾ ਕਿ ਇਹਦਾ ਰੀਜ਼ਨ ਇਹ ਨਹੀਂਗਾ ਕਿ ਮੈਂ ਬਹੁਤ ਨੈਰੋ ਮਾਈਂਡਡ ਜਾਂ ਬੈਕਵਰਡ ਸੋਚਦੀ ਹਾਂ, ਬਟ ਇਹਦੇ ਪਿੱਛੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਬਾਰੇ ਸਾਨੂੰ ਅਜੇ ਨਹੀਂ ਪਤਾ ਕੀ ਕੌਨਸੀਕੁਐਂਸਿਸ ਹੋਣਗੀਆਂ। ਦੂਜੀ ਗੱਲ ਸਭ ਤੋਂ ਵੱਡੀ ਮੈਂ ਤੁਹਾਨੂੰ ਦੱਸੀ ਹੈ ਵੀ ਉਹ ਚਾਈਲਡ ਰਾਈਟ ਵਾਲੀ ਹੈ। ਇੱਕ ਇਕੱਠੇ ਰਹਿਣਾ ਆ, ਉਹ ਕਿਸੇ ਨੇ ਨਹੀਂ ਰੋਕਿਆ, ਇਕੱਠੇ ਰਹਿ ਸਕਦੇ ਆ। ਔਰ ਦੂਜੀ ਗੱਲ ਆ ਜਿਹੜੀ ਮੈਂ ਕਹਿੰਦੀ ਹਾਂ ਕਿ ਜੇ ਅਸੀਂ ਐਡਵਾਂਸ ਸੋਸਾਇਟੀ ਦੀ ਗੱਲ ਕਰਦੇ ਹਾਂ, ਸਾਨੂੰ ਇੱਕ ਦੂਜੇ ਦੇ ਪ੍ਰੋਪਰਟੀ ਜਾਂ ਉਸ ਚੀਜ਼ ਦੀ ਲੋੜ ਹੀ ਕੀ, ਅਸੀਂ ਆਪ ਹੀ ਇੱਕ ਇਨਸਾਨ ਇੰਡੀਵਿਜੂਅਲੀ ਆਪਣੇ ਆਪ ਦੇ ਵਿੱਚ ਇੰਨਾ ਕੈਪੇਬਲ ਹੋਵੇ, ਚਾਹੇ ਉਹ ਮੇਲ ਆ, ਚਾਹੇ ਫੀਮੇਲ ਆ, ਚਾਹੇ LGBTQ ਕਮਿਊਨਿਟੀ ਕੋਈ ਵੀ ਆ, ਉਹਨੂੰ ਦੂਜੇ ਕਪਲ ਦੀ ਇਸ ਚੀਜ਼ ਦੇ ਵਿੱਚ ਫਾਈਨੈਂਸ਼ੀਅਲ ਡਿਪੈਂਡੈਂਸੀ ਹੋਵੇ ਹੀ ਕਿਉਂ? ਇਮੋਸ਼ਨਲ ਜ਼ਰੂਰੀ ਆ ਜੀ। ਫਾਈਨੈਂਸ਼ੀਅਲੀ ਅਸੀਂ ਇੱਕ ਦੂਜੇ ਤੇ ਡਿਪੈਂਡੈਂਟ ਹੋਈਏ ਹੀ ਕਿਉਂ? ਮੈਂ ਤਾਂ ਕਹਿੰਦੀ ਹਾਂ ਫੀਮੇਲ ਨੂੰ ਇੰਡੀਪੈਂਡੈਂਟ ਹੋਣਾ ਚਾਹੀਦਾ ਆ। ਇਹ ਤਾਂ ਫਿਰ ਇੱਕ ਦੂਜੇ ਨੂੰ ਡਿਪੈਂਡੈਂਟ ਕਰਨ ਵਾਲੀ ਗੱਲ ਆ। ਬਾਕੀ ਚਲੋ ਜੋ ਹੋਊਗਾ ਦੇਖਿਆ ਜਾਊਗਾ। ਜੀ ਬਿਲਕੁਲ। ਸੋ ਹਾਲਾਤ ਦਾ ਵੀ ਫਰਕ ਹੁੰਦਾ। ਸੋ ਬਹੁਤ ਹੀ ਵਧੀਆ ਲੱਗਾ, ਇੱਕ ਨਵੀਂ ਅਸੀਂ ਕਹਿ ਲਈਏ ਇਹਦੀ ਨਵੀਂ ਜੜ ਨੂੰ ਪਕੜਨ ਦੀ ਕੋਸ਼ਿਸ਼ ਕੀਤੀ, ਉਸ ਮੁੱਦੇ ਨੂੰ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ। ਬਹੁਤ ਚੰਗਾ ਲੱਗਾ ਗੱਲਬਾਤ ਕਰਕੇ। ਥੈਂਕ ਯੂ ਸੋ ਮਚ। ਸੋ ਦੋਸਤੋ, ਇਹ ਸਨ ਸਾਡੇ ਨਾਲ ਐਡਵੋਕੇਟ ਸਿਮਰਨਜੀਤ ਕੌਰ ਗਿੱਲ। ਜਿਵੇਂ ਉਹਨਾਂ ਨੇ ਵੀ ਦੱਸਿਆ ਕਿ ਸੁਪਰੀਮ ਕੋਰਟ ਦੇ ਵਿੱਚ ਹੱਲੇ ਬੇਸ਼ੱਕ ਇਹਦੇ ਤੇ ਬਹਿਸ ਹੋ ਰਹੀ ਹੈ ਔਰ ਬਹੁਤ ਤਿੱਖੀ ਡਿਬੇਟ ਲਗਾਤਾਰ ਚੱਲ ਰਹੀ ਹੈਗੀ ਹੈ। ਜਿਵੇਂ ਇਹਨਾਂ ਨੇ ਕਿਹਾ ਕਿ ਕਲਚਰ ਨੂੰ ਲੈ ਕੇ ਵੱਖਰੇ ਵੱਖਰੇ ਪੱਖ ਸਾਹਮਣੇ ਆ ਰਹੇ ਕਿ ਸਾਡੇ ਸੱਭਿਆਚਾਰ ਤੇ ਸਾਡੀ ਧਾਰਮਿਕਤਾ ਦੇ ਉੱਤੇ ਇਹਨਾਂ ਵਿਆਹਾਂ ਦਾ ਕੀ ਅਸਰ ਹੋਏਗਾ। ਪਰ ਇਸ ਦੇ ਨਾਲ ਹੀ ਮੈਂ ਤੁਹਾਨੂੰ ਦੱਸ ਦੇਵਾਂ ਕਿ ਯੂਨੀਅਨ ਸਿਵਲਸ ਦੇ ਅੰਡਰ ਸਪੈਸ਼ਲ ਮੈਰਿਜ ਐਕਟ ਦੇ ਅਧੀਨ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਵਿਆਹਾਂ ਨੂੰ ਮਾਨਤਾ ਦਿੱਤੀ ਜਾਵੇ, ਜਿਸ ਦਾ
ਸਿੱਧਾ ਤੇ ਅਸਿੱਧਾ ਜੇਕਰ ਅਸੀਂ ਕਹਿ ਲਈਏ ਫਰਕ ਇਹ ਪਵੇਗਾ ਕਿ ਇਹ ਜਿਹੜੇ ਕਪਲ ਨੇ ਇਹ ਆਮ ਕਪਲ ਦੀ ਤਰ੍ਹਾਂ ਆਪਣੇ ਵਿਆਹ ਨੂੰ ਰਜਿਸਟਰ ਕਰਵਾ ਸਕਣਗੇ। ਉਸ ਤੋਂ ਬਾਅਦ ਜੋ ਵੀ ਸਹੂਲਤਾਂ ਇੱਕ ਆਮ ਜੋੜਾ ਜਿਸ ਦੇ ਵਿੱਚ ਇੱਕ ਮਰਦ ਤੇ ਔਰਤ ਸ਼ਾਮਿਲ ਨੇ, ਉਸੇ ਤਰ੍ਹਾਂ ਹੀ ਇਹ ਮਰਦ ਤੇ ਔਰਤ ਦਾ ਜਿਹੜਾ ਜੋੜਾ ਹੈ ਇਹ ਵੀ ਇਸੇ ਤਰ੍ਹਾਂ ਦੇ ਨਾਲ ਉਹ ਸੁਵਿਧਾਵਾਂ, ਉਹ ਚਾਹੇ ਇੱਕ ਦੂਸਰੇ ਦੀ ਪ੍ਰੋਪਰਟੀ ਨੂੰ ਲੈ ਕੇ ਹੋਣ, ਚਾਹੇ ਇੰਪਲੋਇਮੈਂਟ ਨੂੰ ਲੈ ਕੇ ਹੋਣ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀਆਂ ਯੋਜਨਾਵਾਂ ਜਾਂ ਸਹੂਲਤਾਂ ਹੋਣ ਜੋ ਸਰਕਾਰ ਦੇ ਵੱਲੋਂ ਦਿੱਤੀਆਂ ਜਾਂਦੀਆਂ ਹੈਗੀਆਂ ਨੇ, ਉਹਨਾਂ ਦਾ ਫਾਇਦਾ ਉਠਾ ਸਕਣ। ਸੋ ਸੁਸਾਇਟੀ ਦੇ ਵਿੱਚ ਜਦੋਂ ਤੋਂ LGBTQ ਕਮਿਊਨਿਟੀ ਨੂੰ ਐਕਸੈਪਟੈਂਸ ਮਿਲੀ ਹੈਗੀ ਹੈ, ਉਸ ਤੋਂ ਬਾਅਦ ਹਰ ਰੰਗ ਨੂੰ ਸਵੀਕਾਰਨ ਦਾ ਇੱਕ ਨਵਾਂ ਦੌਰ ਸ਼ੁਰੂ ਵੀ ਹੋਇਆ ਆ। ਹਾਲਾਂਕਿ ਇਸ ਦੇ ਸੱਭਿਆਚਾਰਕ ਤੌਰ ਤੇ ਕੀ ਪ੍ਰਭਾਵ ਰਹਿੰਦੇ ਨੇ, ਕਿਉਂਕਿ ਇਹਨਾਂ ਚੀਜ਼ਾਂ ਦੇ ਪ੍ਰਭਾਵ ਬਹੁਤ ਲੰਬੇ ਸਮੇਂ ਬਾਅਦ ਦੇਖਣ ਨੂੰ ਮਿਲਦੇ ਹੈਗੇ ਨੇ। ਸੋ ਉਹ ਕਿਸ ਤਰ੍ਹਾਂ ਦੇ ਰਹਿੰਦੇ ਨੇ ਉਹਦੇ ਤੇ ਕੁਝ ਨਹੀਂ ਕਿਹਾ ਜਾ ਸਕਦਾ, ਪਰ ਲੈਟ ਲਿਵ ਐਂਡ ਲੈਟ ਲਿਵ ਦਾ ਕਨਸੈਪਟ ਜਿਹੜਾ ਉਹਦੇ ਅਧੀਨ ਹਰ ਕਿਸੇ ਨੂੰ ਆਪਣਾ ਜੀਵਨ ਸਾਥੀ ਚੁਣਨ ਦੀ ਮਾਨਤਾ ਹੋਣੀ ਚਾਹੀਦੀ ਆ, ਉਹਦੇ ਨਾਲ ਜ਼ਿੰਦਗੀ ਬਿਤਾਉਣ ਦਾ ਅਧਿਕਾਰ ਹੋਣਾ ਚਾਹੀਦਾ ਆ, ਔਰ ਉਹਦੇ ਲਈ ਸਮਾਜ ਨੂੰ ਆਪਣਾ ਦਿਲ ਜ਼ਰੂਰ ਖੋਲ੍ਹਣਾ ਚਾਹੀਦਾ ਆ।